ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀਐਲ ਗਰੋਵ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਵਸਰਾ, ਜਗਦੀਸ਼ ਸਿੰਘ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਊੜਾ ਨੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਇਸ ਦੇ ਨਾਲ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਤੇ ਅੱਜ ਦੀਆਂ ਜੇਕਰ ਖਬਰਾਂ ਦੇ ਵੱਲ ਚਲੀਏ ਤੇ ਜਿਹੜੀ ਇਸ ਟਾਈਮ ਬੜੀ ਅਹਿਮ ਖਬਰ ਤੇ ਬੜੀ ਖਾਸ ਖਬਰ ਆ ਰਹੀ ਹੈ, ਟੈਕਸਸ ਸੁਪਰੀਮ ਕੋਰਟ ਦੇ ਨਾਲ ਜੁੜੀ ਆ ਰਹੀ ਹੈ। ਟੈਕਸਸ ਸੁਪਰੀਮ ਕੋਰਟ ਨੇ ਹੁਣ ਡਿਨਾਈ ਕਰ ਦਿੱਤਾ ਸਟੇਟ ਹਾਊਸ ਕਮੇਟੀ ਦੀ ਉਸ ਅਟੈਂਪਟ ਨੂੰ, ਜਿਹਦੇ ਵਿੱਚ ਉਹਨਾਂ ਨੇ ਐਗਜ਼ੀਕਿਊਸ਼ਨ ਦੀ ਗੱਲ ਕਹੀ ਗਈ ਸੀ, ਜਿਹੜਾ ਕਿ ਇੱਕ 2000 ਮਰਡਰ ਕੇਸ ਸੀਗਾ, 2 ਸਾਲਾਂ ਦੀ ਇੱਕ ਬੱਚੀ ਦਾ, ਖਾਸ ਕਰਕੇ ਧੀ ਦਾ ਕਹਿ ਸਕਦੇ ਆਪਾਂ। ਤੇ ਹੁਣ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਨਵੀਂ ਜਿਹੜੀ ਐਗਜ਼ੀਕਿਊਸ਼ਨ ਡੇਟ ਆ ਉਹ ਆਉਣ ਦੀ ਸੰਭਾਵਨਾ ਜਿਹੜੀ ਆ ਚੁੱਕੀ ਆ। ਰੋਬਰਟ ਰੋਬਰਟਸਨ ਜਿਹੜਾ 57 ਸਾਲ ਦਾ, ਉਹਨੂੰ ਐਗਜ਼ੀਕਿਊਟ ਕਰਨਾ ਸੀਗਾ ਅਕਤੂਬਰ ਦੇ ਵਿੱਚ, ਪਰ ਉਦੋਂ ਸਟੇਟ ਹਾਊਸ ਜਿਹੜੀ ਕਮੇਟੀ ਆ ਉਹਨੇ ਇੱਕ ਇਨਵੈਸਟੀਗੇਟਰੀ ਪਾਵਰ ਯੂਜ਼ ਕਰਕੇ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਅੜਿੱਕਾ ਉਹ ਪਾਤਾ ਸੀਗਾ। ਤੇ ਹੁਣ ਜਿਹੜੀ ਸੁਪਰੀਮ ਕੋਰਟ ਆ ਉਹਨੂੰ ਇਸ ਮਾਮਲੇ ਦੇ ਵਿੱਚ ਰੋਕ ਜਿਹੜੀ ਲਾਉਣੀ ਪਈ ਸੀਗੀ। ਰੋਬਰਟਸਨ ਦੀ ਜਿਹੜੀ ਕਨਵਿਕਸ਼ਨ ਹੈ ਉਹ ਇਹ ਸੀਗੀ ਕਿ ਉਹਦੇ ਉੱਤੇ ਦੋਸ਼ ਲੱਗਿਆ ਸੀਗਾ ਕਿ ਉਹਨੇ ਆਪਣੀ ਜਿਹੜੀ ਧੀ ਹੈ ਨਿੱਕੀ ਕਰਟਿਸ, ਜਿਹੜੀ ਕਿ 2 ਸਾਲਾਂ ਦੀ ਸੀ, ਉਹਦਾ ਕਤਲ ਕਰ ਦਿੱਤਾ ਸੀਗਾ। ਤੇ ਉਸ ਮਾਮਲੇ ਦੇ ਵਿੱਚ ਜਿਹੜਾ ਅਟਾਰਨੀ ਦਾ ਆਰਗਿਊ ਸੀਗਾ ਉਹ ਵੀ ਕੋਈ ਖਾਸ ਕਹਿ ਸਕਦੇ ਹਾਂ ਕਿ ਉਹਨੂੰ ਬਚਾਉਣ ਵਾਲਾ ਨਹੀਂ ਸੀਗਾ। ਜਦੋਂ ਇਹਦੀ ਕ੍ਰਾਈਮ ਦੀ ਕੈਟੇਗਰੀ ਜਿਹੜੀ ਡਿਸਾਈਡ ਹੋਈ ਤੇ ਉਹਦੇ ਵਿੱਚ ਇਹ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਰੋਬਰਟਸਨ ਆ ਉਹਨੇ ਅਤੀ ਘਿਨਾਉਣਾ ਜਿਹੜਾ ਕ੍ਰਾਈਮ ਹੈ, ਜਿਹੜਾ ਅਤੀ ਘਿਨਾਉਣੀ ਕੈਟੇਗਰੀ ਦੇ ਵਿੱਚ ਜਿਹੜਾ ਆਉਂਦਾ ਉਹ ਕੀਤਾ। ਹਾਲਾਂਕਿ ਉਹਨੇ ਇੱਕ ਗੱਲ ਕਹਿੰਦਾ ਰਿਹਾ ਕਿ ਮੈਂ ਇਨੋਸੈਂਟ ਆ, ਮੈਂ ਜਿਹੜਾ ਉਹ ਨਹੀਂ ਇਹ ਕ੍ਰਾਈਮ ਕੀਤਾ, ਪਰ ਟੈਕਸਸ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਇਹ ਕੈਟੇਗਰੀ ਲਈ ਪ੍ਰਾਇਓਰਟੀਜ਼ਾਈਜ਼ਿੰਗ ਜਿਹੜਾ ਇੱਕ ਮਾਮਲਾ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਸਕੇਜੂਲਡ ਐਗਜ਼ੀਕਿਊਸ਼ਨ ਆ ਉਹੀ ਜਿਹੜਾ ਉਹ ਹੋਣਾ ਚਾਹੀਦਾ, ਉਹਦੇ ਤੇ ਕੋਈ ਇਸ ਤਰ੍ਹਾਂ ਦੀ ਆਨਾਕਾਨੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਜਿਹੜੀ ਚਾਈਲਡ ਅਬਿਊਜ਼ ਪੈਡਰੀਸ਼ਨ ਜਿਹੜੀ ਜਥੇਬੰਦੀ ਹੈ ਉਹਨੇ ਵੀ ਦਖਲ ਦਿੱਤਾ ਸੀਗਾ ਤੇ ਉਹਨੇ ਵੀ ਇਸ ਮਾਮਲੇ ਦੇ ਵਿੱਚ ਕਿਹਾ ਸੀਗਾ ਕਿ ਇਹ ਜਿਹੜਾ ਸਭ ਤੋਂ ਵੱਡਾ ਜਿਹੜਾ ਇੱਕ ਚਾਈਲਡ ਅਬਿਊਜ਼ ਦੇ ਵਿੱਚੋਂ ਇੱਕ ਜਿਹੜਾ ਉਹ ਗਿਣਿਆ ਜਾਣਾ ਚਾਹੀਦਾ। ਬਿਲਕੁਲ ਜੀ। ਸੋ ਬੜੀ ਮੰਦਭਾਗੀ ਜਿਹੜੀ ਇਹ ਗੱਲ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਗੁਰਪੁਰਬ ਦੀ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਿੱਖੀ ਦੇ ਜਿਹੜੇ ਉਹ ਬਾਨੀ, ਸਿੱਖ ਧਰਮ ਨੂੰ ਚਲਾਉਣ ਵਾਲੇ, ਪਹਿਲੇ ਬਾਬਰ ਨੂੰ ਜਾਬਰ ਕਹਿਣ ਵਾਲੇ, ਕੁਦਰਤ ਦੇ ਨਾਲ ਪਿਆਰ ਪ੍ਰੇਮ ਇਤਫਾਕ ਰੱਖਣ ਵਾਲੇ, ਕਿਰਤ ਕਰੋ ਨਾਮ ਜਪੋ ਵੰਡ ਕੇ ਛਕਣ ਵਾਲੇ, ਹੋਕਾ ਦੇਣ ਵਾਲੇ, ਉਸ ਟਾਈਮ ਦੇ ਉੱਤੇ ਆਪਣੇ ਸਮੇਂ ਦੇ ਰੈਵੋਲਿਊਸ਼ਨਰੀ ਜਿਹੜੇ ਸੀਗੇ ਤੇ ਉਹ ਆਪਣੇ ਗੁਰੂ ਨੇ ਤੇ ਉਹਨਾਂ ਦੇ ਦਿਖਾਏ ਹੋਏ ਜਿਹੜੇ ਮਾਰਗ ਉਸ ਉੱਤੇ ਪਰਮਾਤਮਾ ਮਿਹਰ ਕਰੇ ਸਾਰਿਆਂ ਦੇ ਉੱਤੇ, ਬਲ ਬਖਸ਼ੇ ਵੀ ਆਪਾਂ ਉਹਨਾਂ ਕਦਮਾਂ ਦੇ ਉੱਤੇ ਜਿਹੜਾ ਉਹ ਚੱਲ ਸਕੀਏ। ਸੋ ਇਹੀ ਆਪਾਂ ਬੇਨਤੀ ਕਰਦੇ ਹਾਂ, ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ। ਤੇ ਬਾਕੀ ਹਰ ਇੱਕ ਨੂੰ ਬਹੁਤ ਬਹੁਤ ਲੱਖ ਲੱਖ ਜਿਹੜੀ ਅਸੀਂ ਵਧਾਈ ਭੇਂਟ ਕਰਦੇ ਹਾਂ ਸਮੂਹ ਪੰਜਾਬੀ ਰੇਡੀਓ USA ਦੇ ਅਦਾਰੇ ਵੱਲੋਂ, ਸਾਰੀ ਜਿਹੜੀ ਉਹ
ਟੀਮ ਦੇ ਵੱਲੋਂ ਵੀ। ਤੇ ਬਾਕੀ ਬਹੁਤ ਸਾਰੇ ਥਾਵਾਂ ਦੇ ਉੱਤੇ ਅੱਜ ਸਮਾਗਮ ਹੋਣੇ ਨੇ, ਸੋ ਸਾਰੇ ਜਾਣੇ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ, ਕੋਸ਼ਿਸ਼ ਕਰੋ ਤੇ ਇਹਨਾਂ ਖੁਸ਼ੀਆਂ ਦੇ ਵਿੱਚ ਜਿਹੜਾ ਉਹ ਆਪਾਂ ਜੁੜੀਏ ਤੇ ਇਹੀ ਅਰਦਾਸ ਪ੍ਰਮਾਤਮਾ, ਸੱਚੇ ਪ੍ਰਮਾਤਮਾ ਅੱਗੇ ਜਿਹੜਾ ਉਹ ਕਰੀਏ ਵੀ ਪ੍ਰਮਾਤਮਾ ਸਭ ਨੂੰ ਉੱਦਮ ਬਲ ਜਿਹੜਾ ਉਹ ਬਖਸ਼ੇ। ਉਹਨਾਂ ਨੇ ਦੇਖੋ ਪ੍ਰਵੀਨ ਜੀ ਵੀ ਬਹੁਤ ਸਿੰਪਲ ਕਰਕੇ ਦੱਸ ਦਿੱਤਾ, ਬਹੁਤ ਵੀ ਕਿਰਤ ਕਰੋ, ਮਿਹਨਤ ਕਰੋ, ਨਾਮ ਜਪੋ, ਰੱਬ ਦੇ ਨਾਮ ਦੇ ਨਾਲ ਜਿਹੜਾ ਉਹ ਤੁਸੀਂ ਜੁੜਨਾ ਆ ਤੇ ਬਾਕੀ ਵੰਡ ਕੇ ਛਕਣਾ ਹੈ। ਵੀ ਗਰੀਬ ਗੁਲਬੇ ਦੀ ਵੀ ਜਿਹੜੀ ਉਹ ਨਾਲ ਦੇ ਨਾਲ ਤੁਸੀਂ ਜਿਹੜੀ ਉਹ ਮਦਦ ਕਰਨੀ ਆ, ਆਪਣੇ ਜਿੰਨਾ ਤੁਹਾਡੇ ਕੋਲ ਸਰਦਾ ਪੁੱਜਦਾ ਆ ਉਹਨਾਂ ਜਿਹੜਾ ਉਹ ਤੁਸੀਂ ਕਰੋ। ਸੋ ਕਈ ਵਾਰੀ ਏਦਾਂ ਹੁੰਦਾ ਆ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਾਬਰ ਨੂੰ ਜਾਬਰ ਆਖਿਆ, ਆਪਾਂ ਉਹ ਗੱਲ ਤੋਂ ਭੱਜ ਜਾਂਦੇ, ਪਰ ਉਹ ਵੀ ਨਾਲ ਦੇ ਨਾਲ ਆਪਾਂ ਹਿੰਮਤ ਜਿਹੜੀ ਉਹ ਰੱਖਣੀ ਆ ਵੀ ਜਿਨ੍ਹਾਂ ਵਕਤਾਂ ਦੇ ਵਿੱਚ ਜਦੋਂ ਇੱਕ ਜਾਣੇ ਦਾ ਇੰਨਾ ਸਿੱਕਾ ਚੱਲ ਰਿਹਾ ਸੀ, ਉਦੋਂ ਇਹ ਰੂਹਾਨੀ ਰੂਹ, ਇਹ ਰੱਬ ਦਾ ਰੂਪ ਇਸ ਧਰਤੀ ਦੇ ਉੱਤੇ ਪ੍ਰਗਟ ਹੋਇਆ, ਤਾਂ ਆਪਣੇ ਲਈ ਤੇ ਦੁਨੀਆ ਦੇ ਲਈ ਉਹਨਾਂ ਨੇ ਜਿਹੜਾ ਇੱਕ ਮਾਰਗ ਜਿਹੜਾ ਉਹ ਦਿਖਾਇਆ। ਸੋ ਇਹੀ ਅਰਦਾਸ ਵੀ ਆਪਾਂ ਉਸ ਦੇ ਉੱਤੇ ਚੱਲ ਸਕੀਏ। ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ, ਲੱਖ ਲੱਖ ਜਿਹੜੀ ਉਹ ਵਧਾਈ ਹੋਵੇ। ਤੇ ਇਸੇ ਦਰਮਿਆਨ ਨਾਲ ਦੱਸ ਜਾਈਏ, ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਲਗਾਤਾਰ ਪਰਸੋਂ ਤੋਂ ਕਵਰੇਜ ਪੰਜਾਬੀ ਰੇਡੀਓ USA ਦੇ ਉੱਤੇ ਚੱਲ ਰਹੀ ਆ, ਉੱਥੋਂ ਦੇ ਸਮਾਗਮਾਂ ਦੀ। ਸੋ ਤੁਸੀਂ ਲਗਾਤਾਰ ਜੁੜੇ ਰਹਿਣਾ। ਅੱਜ ਦੇ ਜਿਹੜੇ ਇਸ ਅਪਡੇਟ ਅਮਰੀਕਾ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਵੀ ਉੱਥੋਂ ਤੁਹਾਨੂੰ ਅਸੀਂ ਜੋੜਾਂਗੇ, ਜਿੱਥੇ ਜਿਹੜੇ ਸਮਾਗਮ ਆ ਲਗਾਤਾਰ ਚੱਲ ਰਹੇ ਨੇ। ਸੋ ਇਹੀ ਆਸ ਉਮੀਦ ਦੇ ਨਾਲ ਵੀ ਤੁਸੀਂ ਉਹਨਾਂ ਦਾ ਆਨੰਦ ਮਾਣ ਰਹੇ ਆ ਤੇ ਬਹੁਤ ਹੀ ਸ਼ਿੱਦਤ ਦੇ ਨਾਲ ਇਕਜੁੱਟ ਹੋ ਕੇ ਗੁਰੂ ਦੀ ਬਾਣੀ ਨੂੰ ਆਪਾਂ ਉੱਥੋਂ ਸਰਵਣ ਕਰੀਏ ਤੇ ਕੁਝ ਜਿਹੜੀਆਂ ਸੇਧਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਤੋਂ ਲੈ ਸਕੀਏ। ਤੇ ਅੱਗੇ ਵਧਦੇ ਆ ਖਬਰਾਂ ਦੇ ਵੱਲ ਨੂੰ। ਹੋਰ ਇਸ ਮੌਕੇ ਟਰੰਪ ਹੁਣਾਂ ਦੇ ਜਿਹੜੇ ਕੈਬਨਿਟ ਪਿਕਸ ਆ ਉਸ ਨੂੰ ਲੈ ਕੇ ਜਿਹੜਾ ਸਾਰਾ ਕੁਝ ਮਸਲਾ ਜਿਹੜਾ ਕਹਿ ਲਓ ਵੀ ਮਸਲਾ ਆ ਜਾਂ ਚਰਚਾਵਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਤੇਜ਼ ਨੇ। ਰੋਬਰਟ ਕੇ ਜਿਹੜੇ ਜੂਨੀਅਰ ਨੇ, ਕੈਨੇਡੀ ਜੂਨੀਅਰ ਆ, ਉਹਨਾਂ ਨੂੰ ਹੈਲਥ ਤੇ ਹਿਊਮਨ ਸਰਵਿਸਿਜ਼ ਦਾ ਜਿਹੜਾ ਮੇਨ ਸਕੱਤਰ ਦੇ ਰੂਪ ਦੇ ਵਿੱਚ ਲਾਇਆ ਜਾ ਰਿਹਾ ਹੈਗਾ ਆ। ਇਸ ਦੇ ਨਾਲ ਇਹ ਜਿਹੜਾ ਦੱਸ ਜਾਈ ਵੀ ਜਿਹੜੇ RFK ਜੂਨੀਅਰ ਆ ਉਹ ਵੈਕਸੀਨਸ ਦੀ ਕੋਈ ਜ਼ਿਆਦਾ ਹੱਕ ਦੇ ਵਿੱਚ ਨਹੀਂ ਆ। ਜਦੋਂ ਕੋਵਿਡ ਦੀਆਂ ਵੈਕਸੀਨਸ ਵੀ ਆਈਆਂ ਸੀ ਉਸ ਤੇ ਵੀ ਉਲਟਾ ਰੈਗੂਲਰ ਵੈਕਸੀਨਸ ਦੇ ਵੀ ਕਈ ਚੀਜ਼ਾਂ ਦੇ ਉਲਟ ਜਿਹੜੇ ਉਹਨਾਂ ਦੀ ਗੱਲ ਜਿਹੜੀ ਉਹ ਸੁਣੀ ਗਈ ਆ। ਪਾਣੀ ਦੇ ਵਿੱਚੋਂ ਫਲੋਰਾਈਡ ਕੱਢਣ ਦੀ ਜਿਹੜੀ ਗੱਲ ਆ ਉਹਨਾਂ ਨੇ ਆਖਿਆ ਆ। ਆਪਣੀ ਕੈਂਪੇਨ ਟ੍ਰੇਲ ਦੇ ਵਿੱਚ ਉਹ এনवायरमेंटल ਐਡਵੋਕੇਟ ਬਣੇ, ਵੈਕਸੀਨ ਸਕੈਪਟਿਕ ਜਿਹੜੇ ਉਹ ਬਣੇ ਤੇ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਕਹੀਆਂ ਵੀ ਜਿਹੜੀਆਂ ਮੇਰੀ ਮੇਨ ਜਿਹੜਾ ਫੋਕਸ ਹੋਊਗਾ ਵੀ ਅਮਰੀਕਾ ਦੇ ਵਿੱਚ ਜਿਹੜੀਆਂ ਕ੍ਰੋਨਿਕ ਡਿਜ਼ੀਜ਼ਸ ਆ, ਕ੍ਰੋਨਿਕ ਡਿਜ਼ੀਜ਼ ਮਤਲਬ ਵੀ ਜਿਹੜੀ ਤੁਹਾਨੂੰ ਸਾਰੀ ਉਮਰ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਆ, ਵੀ ਉਹਦੇ ਅਸੀਂ ਰੇਟ ਆ ਉਹਦੀਆਂ ਦਰਾਂ ਜਿਹੜੀਆਂ ਉਹ ਘਟਾਉਣੀਆਂ ਆ ਤਾਂ ਜੋ ਆਮ ਲੋਕ ਇਹਨਾਂ ਦੇ ਵਿੱਚੋਂ ਜਿਹੜੇ ਉਹ ਬਚ ਸਕਣ। ਬਹੁਤ ਸਾਰੀਆਂ ਮੈਡੀਕਲ ਦੇ ਨਾਲ ਸੰਬੰਧਿਤ ਕਨਸਪੀਰੇਸੀ ਥਿਊਰੀਜ਼ ਦੇ ਵਿੱਚ ਉਹ ਬਲੀਵ ਕਰਦੇ ਆ, ਜਿਨ੍ਹਾਂ ਵਿੱਚ ਇਹ ਵੀ ਮੰਨਦੇ ਆ ਵੀ ਵਾਈਫਾਈ ਦੇ ਨਾਲ ਕੈਂਸਰ ਜਿਹੜਾ ਉਹ ਹੁੰਦਾ ਆ, ਵੀ ਜਿਹੜੀਆਂ ਸਕੂਲ ਸ਼ੂਟਿੰਗਸ ਆ ਉਹ ਐਂਟੀ ਡਿਪਰੈਸੈਂਟਸ ਦੇ ਕਰਕੇ ਜਿਹੜੀਆਂ ਹੁੰਦੀਆਂ ਨੇ। ਸੋ ਹੁਣ ਉਹਨਾਂ ਦੇ ਕੋਲ ਇੱਕ ਬਹੁਤ ਅਹਿਮ ਅਹੁਦਾ ਜਿਹੜਾ ਉਹ ਆਇਆ ਆ, ਕਿਸ ਤਰੀਕੇ ਦੀ ਉਹ ਕਾਰਜਕਾਰੀ ਕਰਨਗੇ, ਇਹ ਇੱਕ ਜਿਹੜੀ ਵੱਡੀ ਚਰਚਾ ਆ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਕੱਲਾ ਇਹੀ ਨਹੀਂ, ਅਮਰੀਕਨ ਹੈਲਥ ਦੇ ਉੱਤੇ ਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਇਸ ਸਕੱਤਰ ਦੀ ਇਹਦੀ ਆਪਣੀ ਇੱਕ ਸੋਚ ਦਾ ਸਿੱਧਾ ਅਸਰ ਜਿਹੜਾ ਉਹ ਪਵੇਗਾ। ਸੋ ਲੈਟਸ ਸੀ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਉਧਰ ਮੈਟ ਗੇਟਸ ਦੇ ਮਾਮਲੇ ਦੇ ਵਿੱਚ ਜਿਹੜਾ ਅਟਾਰਨੀ ਜਨਰਲ ਉਹਨਾਂ ਨੇ ਨਾਮ ਜਿਹੜਾ ਉਹ ਕੀਤਾ ਆ, ਉਸ ਨੂੰ ਲੈ ਕੇ ਬਹੁਤ ਜ਼ਿਆਦਾ ਪੁਸ਼ਬੈਕ ਉਹਨਾਂ ਨੂੰ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਵੀ ਜਾਣਾ ਬਹੁਤਾਤ ਦੇ ਵਿੱਚ ਜਿਹੜੇ ਮੈਟ ਗੇਟਸ ਦੀ ਆਲੋਚਨਾ ਜਿਹੜੀ ਉਹ ਕਰ ਰਹੇ ਆ, ਜਿਹੜੇ ਇੱਥੋਂ ਤੱਕ ਰਿਪਰੈਜ਼ੈਂਟੇਟਿਵ ਹਾਈਮਜ਼ ਆ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਵੀ ਅਮਰੀਕਾ ਦੇ 250 ਸਾਲ ਦੇ ਇਤਿਹਾਸ ਦੇ ਵਿੱਚ ਜਿਹੜੀ ਅਟਾਰਨੀ ਜਨਰਲ ਦੀ ਇਹ ਨੋਮੀਨੇਸ਼ਨ ਆ ਸਭ ਤੋਂ ਖਤਰਨਾਕ, ਬਹੁਤ ਹੀ ਰੈਂਡਮ ਤੇ ਲੁਡਿਕਰਸ ਜਿਹੜੀ ਇਹ ਨੋਮੀਨੇਸ਼ਨ ਆ ਇਹ ਟਰੰਪ ਹੁਣਾਂ ਦੇ ਦੁਆਰਾ ਕੀਤੀ ਗਈ ਆ। ਸੈਨੇਟਰ ਜਿਹੜੇ ਫਿਟਮੈਨ ਸੀਗੇ ਉਹਨਾਂ ਨੇ ਕਿਹਾ ਵੀ ਟਰੰਪ ਹੁਣਾਂ ਦੇ ਦੁਆਰਾ ਇਹ ਜਿਹੜੀ ਨੋਮੀਨੇਸ਼ਨ ਆ ਸਿਰਫ ਤੇ ਸਿਰਫ ਜਿਹੜੇ ਲਿਬਰਲ ਤੇ ਡੈਮੋਕ੍ਰੇਟ ਆ ਉਹਨਾਂ ਨੂੰ ਚੜਾਉਣ ਵਾਸਤੇ ਜਿਹੜੀ ਉਹ ਕੀਤੀ ਗਈ ਆ। ਕਹਿੰਦੇ ਵੀ ਤਾਂ ਜੋ ਜਿਹੜਾ ਮੈਲਟ ਡਾਊਨ ਆ ਇਹਨਾਂ ਦਾ ਉਹ ਦੇਖਿਆ ਜਿਹੜਾ ਹੋ ਜਾਵੇ। ਸੋ ਮੈਟ ਗੇਟਸ ਦੀ ਸੰਭਾਵਨਾ ਕਿੱਦਾਂ ਦੀ ਹੋਊਗੀ ਇਹਨਾਂ ਦੇ ਪਾਸ ਹੋਣ ਦੀ ਸੈਨੇਟ ਦੇ ਥਰੂ, ਇਹ ਦੇਖਣ ਵਾਲੀ ਗੱਲ ਆ। ਟਰੰਪ ਹੁਣਾਂ ਨੇ ਇਹ ਵੀ ਇਸ਼ਾਰਾ ਕੀਤਾ ਸੀਗਾ ਵੀ ਉਹ ਰੀਸੈਸ ਅਪਾਇੰਟਮੈਂਟਸ ਕਰ ਸਕਦੇ ਆ, ਯਾਨੀ ਕਿ ਜਦੋਂ ਸਦਨ ਨਹੀਂ ਲੱਗਾ ਹੁੰਦਾ
ਉਸ ਦਰਮਿਆਨ ਬਹੁਤ ਸਾਰੇ ਜਿਹੜੇ ਕੈਬਨਿਟ ਪਿਕਸ ਆ ਉਹਨਾਂ ਨੂੰ ਅਪਾਇੰਟਮੈਂਟ ਕਰਕੇ ਸੈਨੇਟ ਤੋਂ ਜਿਹੜਾ ਇੱਕ ਹਿਸਾਬ ਦੇ ਨਾਲ ਬਾਈਪਾਸ ਜਿਹੜਾ ਉਹ ਕਰਨ ਦੀ ਇਹ ਕੋਸ਼ਿਸ਼ ਦੇ ਵਿੱਚ ਨੇ, ਵੀ ਉਹ ਕਹਿੰਦੇ ਵੀ ਮੈਂ ਉਹ ਵੀ ਜਿਹੜਾ ਰਾਹ ਆ ਉਹ ਅਖਤਿਆਰ ਕਰ ਸਕਦਾ ਆ। ਘੱਟੋ ਘੱਟ 60 ਵੋਟਾਂ ਤਾਂ ਚਾਹੀਦੀਆਂ ਹੁੰਦੀਆਂ ਸੈਨੇਟ ਦੇ ਵਿੱਚ ਇਸ ਦੇ ਅਪਰੂਵਲ ਦੇ ਲਈ। ਕਈ ਜਿਹੜੇ ਰਿਪਬਲਿਕਨਸ ਆ ਉਹ ਇਸ ਦੇ ਉਲਟ ਜਿਹੜੇ ਉਹ ਸਾਹਮਣੇ ਆਏ ਆ। 53 ਇਹਨਾਂ ਦੇ ਕੋਲ ਇਸ ਟਾਈਮ ਰਿਪਬਲਿਕਨਸ ਨੇ ਸੈਨੇਟ ਦੇ ਵਿੱਚ ਮੈਜੋਰਟੀ ਹਾਸਿਲ ਕੀਤੀ ਆ, 53 ਉਹਨਾਂ ਦੇ ਕੋਲ ਨੇ। ਸੋ ਮੈਕਸੀਮਮ 3 ਜਿਹੜੇ ਰਿਪਬਲਿਕਨਸ ਉਲਟ ਜਿਹੜੇ ਉਹ ਜਾ ਸਕਦੇ ਆ ਜੇ ਪਾਸ ਹੋਣਾ ਚਾਹੁੰਦੇ ਆ। ਜੇ ਘੱਟੋ ਘੱਟ 50 ਵਾਲੇ ਦੇ ਉੱਤੇ ਦੇ ਨਾਲ ਵੀ ਮਿਨੀਮਮ ਮੈਜੋਰਟੀ ਦੇ ਨਾਲ ਸਿੰਪਲ ਮੈਜੋਰਟੀ ਦੇ ਨਾਲ ਜੇ ਉਹ ਪਾਸ ਕਰਾਉਣਾ ਚਾਹੁੰਦੇ ਆ। ਸੋ ਰਾਹ ਥੋੜਾ ਜਿਹਾ ਪੈਂਡਾ, ਥੋੜਾ ਜਿਹਾ ਔਖਾ ਆ, ਪਰ ਇਹ ਦੇਖਣਾ ਹੋਊਗਾ ਵੀ ਕੀ ਮੈਟ ਗੇਟਸ ਦੇ ਉਲਟ ਬਾਕੀ ਹੋਰ ਰਿਪਬਲਿਕਨਸ ਖੜਦੇ ਆ ਕਿ ਨਹੀਂ। ਡੈਮੋਕ੍ਰੇਟਸ ਦਾ ਤਾਂ ਪਤਾ ਹੀ ਆ ਵੀ ਉਹਨਾਂ ਨੇ ਇਸ ਤੇ ਉਲਟ ਜਿਹੜੀ ਵੋਟ ਪਾਉਣੀ ਆ। ਸੈਕਸ਼ੂਅਲ ਐਲੀਗੇਸ਼ਨ, ਮਾਈਨਰ ਦੇ ਨਾਲ ਸੈਕਸ, ਡਰੱਗ ਐਲੀਗੇਸ਼ਨ ਜਿਹੜੇ ਆ ਮੈਟ ਗੇਟਸ ਦੇ ਉੱਤੇ ਆਲਰੇਡੀ ਜਿਹੜੇ ਉਹ ਲੱਗੇ ਆ, ਤੇ ਉਸਨੇ ਆਲਰੇਡੀ ਆਪਣਾ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ ਹੈਗਾ। ਬਿਲਕੁਲ ਜੀ, ਇਸ ਟਾਈਮ ਜਿਹੜੀ ਚਰਚਾ ਉਹ ਬਹੁਤ ਜ਼ਿਆਦਾ ਇਹ ਹੋ ਰਹੀ ਹੈ ਕਿ ਟਰੰਪ ਨੇ ਆਪਣੀ ਕੈਬਨਿਟ ਵਾਸਤੇ ਕਿਹੜੇ-ਕਿਹੜੇ ਚਿਹਰੇ ਪਿਕ ਕੀਤੇ ਆ, ਉਹਨਾਂ ਦੇ ਉੱਤੇ ਚਰਚਾ ਬਹੁਤ ਜ਼ਿਆਦਾ ਚੱਲ ਰਹੀ ਹੈ। ਮਾਰਕ ਰੂਬੀਓ, ਮੈਟ ਗੇਟਸ, ਤੇ ਇਹਦੇ ਨਾਲ ਇੱਕ ਹੋਰ ਜਿਹੜਾ ਨਾਮ ਹੈ ਖਾਸੀ ਚਰਚਾ ਉਹਦੀ ਹੈ ਕਿ ਜਿਹੜਾ ਪੇਟੇ ਹੈਸੇਠ ਆ ਜਿਹੜਾ ਉਹਦੀ ਵੀ ਖਾਸੀ ਚਰਚਾ, ਕਿਉਂਕਿ ਉਹਦੇ ਵੀ ਜਿਹੜੇ ਸੈਕਸ ਅਸੌਲਟ ਐਲੀਗੇਸ਼ਨ ਆ ਉਹਦੇ ਤੇ ਵੀ ਉਹਨਾਂ ਦਾ ਵੀ ਉਹ ਸਾਹਮਣਾ ਜਿਹੜਾ ਉਹ ਕਰ ਰਿਹਾ। ਕੌਮਾਂਤਰੀ ਖਬਰਾਂ ਦੇ ਵੱਲ ਵਧੀਏ ਤੇ ਇਜ਼ਰਾਈਲ ਵੱਲੋਂ ਲਿਬਨਾਨ ਤੇ ਜਿਹੜਾ ਹਮਲਾ ਕੀਤਾ ਗਿਆ ਉਹਦੇ ਵਿੱਚ 21 ਜਾਣੇ ਹਲਾਕ ਹੋ ਚੁੱਕੇ ਨੇ। ਤਾਜ਼ਾ ਜਿਹੜੇ ਹਮਲੇ ਕੀਤੇ ਨੇ ਉਹਨਾਂ ਦੇ ਵਿੱਚ 21 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਲਿਬਨਾਨ ਦੇ ਵਿੱਚ ਸਿਹਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਤੇ ਜੇਕਰ ਆਪਾਂ ਹੁਣ ਤੱਕ ਦੀ ਜਿਹੜੇ ਇਹ ਜੰਗ ਚੱਲ ਰਹੀ ਆ ਉਹਦੇ ਵਿੱਚ ਗੱਲ ਕਰੀਏ ਤਾਂ ਘੱਟੋ ਘੱਟ 3386 ਲੋਕ ਜਿਹੜੇ ਨੇ ਉਹ ਮਾਰੇ ਗਏ ਨੇ, ਯਾਨੀ ਕਿ 3400 ਦੇ ਕਰੀਬ ਲੋਕ ਨੇ ਜਿਹੜੇ ਉਹ ਮਾਰੇ ਗਏ ਨੇ ਤੇ 15000 ਦੇ ਕਰੀਬ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ। ਇਸੇ ਤਰ੍ਹਾਂ ਜੇਕਰ ਗਾਜ਼ਾ ਦੀ ਗੱਲ ਕਰੀਏ, ਜਿੱਥੇ ਇਜ਼ਰਾਈਲ ਨੇ ਪਹਿਲਾਂ ਤੋਂ ਹੀ ਪਿਛਲੇ ਸਾਲ ਤੋਂ ਹੀ ਹਮਲੇ ਸ਼ੁਰੂ ਕੀਤੇ ਹੋਏ ਨੇ, ਤੇ ਉੱਥੇ ਵੀ ਜੇਕਰ ਆਪਾਂ ਦੇਖੀਏ ਤਾਂ 42000 ਤੋਂ ਵੱਧ ਜਿਹੜੇ ਲੋਕ ਨੇ ਉਹ ਮਾਰੇ ਗਏ ਨੇ। ਇਸ ਟਾਈਮ ਇੱਕ ਹੋਰ ਬੜੀ ਚਰਚਿਤ ਖਬਰ ਜਿਹੜੀ ਆ ਉਹ ਵਰਲਡ ਕੌਮਾਂਤਰੀ ਖਬਰਾਂ ਦੇ ਵਿੱਚੋਂ ਆ ਰਹੀ ਆ। ਲੈਬਨਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਈਰਾਨ ਨੂੰ ਆਖਿਆ ਕਿ ਤੁਸੀਂ ਹੁਣ ਸੀਜ਼ ਫਾਇਰ ਜਿਹੜਾ ਉਹ ਹਿਜ਼ਬੁੱਲਾ ਤੇ ਇਜ਼ਰਾਈਲ ਦੀ ਜਿਹੜੀ ਵਾਰ ਆ ਉਹਦੇ ਵਿੱਚ ਤੁਸੀਂ ਉਹਨੂੰ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਵਧਾਓ। ਅੱਗੇ ਰਾਈਟਰਸ ਤੇ ਦਾ ਟਾਈਮਸ ਆਫ ਇਜ਼ਰਾਈਲ ਤੇ ਜੈਰੂਸ਼ਲਮ ਪੋਸਟ ਦੇ ਵਿੱਚ ਇਸ ਖਬਰ ਦੀ ਖਾਸੀ ਚਰਚਾ। ਐਸੋਸੀਏਟ ਪ੍ਰੈਸ ਨੇ ਵੀ ਇਸ ਖਬਰ ਨੂੰ ਤਰਜੀਹ ਦਿੱਤੀ ਹੈ, ਜਿਹੜੀ ਖਬਰ ਦੇ ਵਿੱਚ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹੀ ਹੈ ਕਿ ਜੇਕਰ ਇਹ ਸੀਜ਼ ਫਾਇਰ ਨਾ ਹੋਈ ਤਾਂ ਲੋਕਾਂ ਦਾ ਬਹੁਤ ਔਖਾ ਹੋ ਜਾਊਗਾ, ਖਾਸ ਕਰਕੇ ਬੈਰੂਤ ਦੇ ਇਲਾਕਿਆਂ ਦੇ ਵਿੱਚ ਜਾਂ ਹੋਰ ਜਿੱਥੇ ਵੀ ਬਿਲਡਿੰਗਸ ਹਿੱਟ ਹੋਈਆਂ ਨੇ ਉਹਨਾਂ ਇਲਾਕਿਆਂ ਦੇ ਵਿੱਚ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਈਰਾਨ ਹੈ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਗੱਲਬਾਤ ਨੂੰ ਹੋਰ ਅੱਗੇ ਵਧਾਵੇ। ਜਿਹੜੇ ਅਲੀ ਲਜਰਾਨੀ ਆ ਉੱਥੋਂ ਦੇ ਟੌਪ ਐਡਵਾਈਜ਼ਰ ਆ ਈਰਾਨ ਦੇ ਨਾਲ ਸੁਪਰੀਮ ਲੀਡਰ ਨੇ ਅਲੀ ਖਮੇਨੀ ਮਾਫ ਕਰਨਾ, ਉਹਨਾਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਵੀ ਹੋਈ ਸੀ। ਤੇ ਹੁਣ ਲਿਬਨਾਨ ਇਹ ਮਹਿਸੂਸ ਕਰ ਰਿਹਾ ਹੈ ਕਿ ਹਿਜ਼ਬੁੱਲਾ ਤੇ ਇਜ਼ਰਾਈਲ ਦੀ ਜਿਹੜੀ ਵਾਰ ਆ ਆਪਸ ਦੀ, ਇਹ ਹੁਣ ਲਿਬਨਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਸੰਕਟ ਦੇ ਵਿੱਚ ਧੱਕ ਸਕਦੀ ਆ। ਇਸ ਕਰਕੇ ਉਹਨਾਂ ਨੇ ਈਰਾਨ ਨੂੰ ਇੱਕ ਵਾਰ ਫਿਰ ਤੋਂ ਚੇਤਾ ਕਰਾਇਆ ਜਾਂ ਕਹਿ ਲਓ ਕਿ ਪਹੁੰਚ ਕੀਤੀ ਹੈ ਕਿ ਤੁਸੀਂ ਸੀਜ਼ ਫਾਇਰ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਉਹ ਤੇਜ਼ ਕਰੋ। ਜੀ ਬਿਲਕੁਲ। ਅਗਲੀ ਜਿਹੜੀ ਪ੍ਰਵੀਨ ਜੀ ਆਪਾਂ ਖਬਰਾਂ ਜਿਹੜੀਆਂ ਕੁਝ ਕੈਨੇਡਾ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਕਰਦੇ ਹਾਂ, ਵੀ ਜੋ ਕੁਛ ਉੱਥੇ ਬੀਤੇ ਦਿਨਾਂ ਦੇ ਵਿੱਚ ਵਾਪਰਿਆ, ਜੋ ਕੁਛ ਜਿਹੜਾ ਉਹ ਚੱਲ ਰਿਹਾ ਆ ਉਸ ਨੂੰ ਜਿਹੜਾ ਉਹ ਲੈ ਕੇ ਤਣਾਅ ਜਿਹੜਾ ਆ ਉੱਥੇ ਵਧਿਆ ਪਿਆ ਸੀਗਾ। ਤੇ ਉਸੇ ਦਰਮਿਆਨ ਹੁਣ 2 ਭਾਰਤੀ ਮੂਲ ਦੇ ਜਿਹੜੇ ਲੋਕ ਆ, ਰਵਿੰਦਰ ਸਿੰਘ ਮੱਲੀ ਜੋ ਕਿ ਬਰੈਂਪਟਨ ਦੇ ਰਹਿਣ ਵਾਲੇ ਸੀ, 52 ਸਾਲਾ, ਉਹਨਾਂ ਦੀ ਜਿਹੜੀ ਮੌਤ ਦੇ ਮਾਮਲੇ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਹੈਗੇ ਆ। ਰਜਿੰਦਰ ਕੁਮਾਰ 47 ਸਾਲਾਂ ਦਾ ਤੇ ਉਸਦੀ ਜਿਹੜੀ ਵਾਈਫ 35 ਸਾਲਾਂ ਦੀ ਜਿਹੜੀ ਸ਼ੀਤਲ ਵਰਮਾ ਆ, ਉਹਨਾਂ ਨੂੰ ਜਿਹੜਾ ਕਹਿੰਦੇ ਵੀ ਕੈਲਡਨ ਜਿਹੜਾ ਇਲਾਕਾ ਹੈ ਇਹ ਬਰੈਂਪਟਨ ਤੋਂ ਥੋੜਾ ਹੀ ਜਿਹੜਾ ਉਹ ਦੂਰ ਆ, ਉੱਥੇ ਜਿਹੜੀ ਉਹ ਮੌਤ ਹੋਈ ਆ। ਇਸ ਦੇ ਬਾਰੇ ਜਿਹੜੀ ਖਬਰ ਪ੍ਰਵੀਨ ਜੀ ਇਹ ਪਤਾ ਲੱਗੀ ਸੀ ਵੀ ਜਿਹੜੇ 52 ਸਾਲਾ ਰਵਿੰਦਰ ਮੱਲੀ ਆ ਤੇ ਜਿਹੜੇ 47 ਸਾਲਾ ਰਜਿੰਦਰ ਕੁਮਾਰ ਆ ਆਪਸ ਦੇ ਵਿੱਚ ਆਨਲਾਈਨ, ਖਾਸ ਕਰਕੇ ਜਦੋਂ ਤੋਂ ਉੱਥੇ ਟੈਨਸ਼ਨਾਂ ਜਿਹੜੀਆਂ ਵਧੀਆਂ ਸੀ ਆਪਸ ਦੇ ਵਿੱਚ, ਉਹਨਾਂ ਦਾ ਤਕਰਾਰ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ ਰਵਿੰਦਰ ਮੱਲੀ ਆਪਣੇ ਬੇਟੇ ਦੇ ਨਾਲ ਜਾਂ ਆਪਣੇ ਇੱਕ ਫੈਮਿਲੀ ਮੈਂਬਰ ਦੇ ਨਾਲ ਰਜਿੰਦਰ ਕੁਮਾਰ ਦੇ ਘਰੇ ਜਾਂਦੇ ਆ। ਇਹ ਵੀ ਦੱਸ ਜਾਈਏ ਦੋਨੋਂ ਜਾਣੇ ਇੱਕੋ ਕੰਪਨੀ 'ਚ ਕੰਮ ਕਰਦੇ ਸੀ, ਮਿੱਤਰ ਸੀਗੇ। ਇਹ ਜਿਹੜਾ ਉਹ ਦੱਸਿਆ ਜਾਂਦਾ ਵੀ ਮਿੱਤਰ ਸੀਗੇ, ਪਰ ਰਜਿੰਦਰ ਕੁਮਾਰ ਦੇ ਦੁਆਰਾ ਕਹਿੰਦੇ ਆ ਉਹ ਰਵਿੰਦਰ ਮੱਲੀ ਹੋਣਾ ਨੂੰ ਤੇਜ਼ਧਾਰੀ ਹਥਿਆਰ ਦੇ ਨਾਲ ਜਿਹੜਾ ਆ ਉਹ ਕਤਲ ਜਿਹੜਾ ਉਹ ਕਰ ਦਿੱਤਾ ਗਿਆ। ਡੀਅਰ ਰਿਜ ਟ੍ਰੇਲ ਦੇ ਉੱਤੇ ਉਹਨਾਂ ਦਾ ਰੈਜ਼ੀਡੈਂਸ ਸੀਗਾ ਰਜਿੰਦਰ ਕੁਮਾਰ ਹੋਣਾ ਦਾ,
ਜਿੱਥੇ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਇੰਜਰਡ ਰਵਿੰਦਰ ਮੱਲੀ ਜਿਹੜੇ ਆ ਉਹ ਪਾਏ ਗਏ ਸੀਗੇ, ਹਸਪਤਾਲ ਉਹਨਾਂ ਨੂੰ ਲਿਜਾਇਆ ਗਿਆ, ਪਰ ਉੱਥੇ ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਸੀਗੀ। ਸੋ ਇੱਕ ਜਿਹੜਾ ਪ੍ਰਵੀਨ ਜੀ, ਇੱਕ ਘਿਨਾਉਣਾ ਚਿਹਰਾ ਜਿਹੜਾ ਭਾਰਤੀ ਰਾਸ਼ਟਰਵਾਦ ਦਾ, ਉਹਦੇ ਕਰਕੇ ਇਹ ਸਾਰਾ ਕੁਝ ਕਹਿੰਦੇ ਵੀ ਇਹ ਵਾਪਰਿਆ ਆ। ਉਹਨਾਂ ਦੇ ਪਰਿਵਾਰਕ ਜਿਹੜੇ ਜੀ ਆ, ਉਹਨਾਂ ਦੀ ਵਾਈਫ ਰਵਿੰਦਰ ਮੱਲੀ ਹੁਣਾਂ ਨੇ ਇਹੀ ਕਿਹਾ, ਜਿਹੜਾ ਗੋਫੰਡਮੀ ਪੇਜ ਉਹਨਾਂ ਨੇ ਜਿਹੜਾ ਬਣਾਇਆ ਸੀ ਉਹਦੇ ਵਿੱਚ, ਵੀ ਇਹ ਨਫ਼ਰਤ ਦਾ ਜਿਹੜੀ ਆ ਸ਼ਿਕਾਰ ਜਿਹੜਾ ਉਹ ਹੋਏ ਨੇ। ਇਹ ਬਹੁਤ ਹੀ ਮੰਦਭਾਗੀ ਪ੍ਰਵੀਨ ਜੀ ਇਹ ਜਿਹੜੀ ਗੱਲ ਆ, ਵੀ ਗੱਲ ਕਿੱਥੋਂ ਜਿਹੜੀ ਤੁਰੀ, ਗੁਰਦੁਆਰਿਆਂ ਦੇ ਉੱਤੇ ਹਮਲੇ ਨੂੰ ਲੈ ਕੇ ਕਿੱਦਾਂ ਉਹ ਰੌਨ ਬੈਨਰਜੀ ਵਰਗਾ ਜਿਹੜਾ ਉਹ ਅੱਗ ਸਿੱਟ ਰਿਹਾ ਸੀ, ਉੱਥੇ ਦਾ ਜਿਹੜਾ ਪੁਜਾਰੀ ਆ ਉਹ ਅੱਗ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਲਾ ਰਿਹਾ ਸੀਗਾ, ਤੇ ਉਸ ਤੋਂ ਬਾਅਦ ਦੇ ਵਿੱਚ ਆਪਸ ਦੇ ਵਿੱਚ ਸੇਮ ਥਾਂ ਕੰਮ ਕਰਨ ਵਾਲੇ ਬੰਦੇ ਆ, ਉਹ ਇਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਪ੍ਰਤੀ ਇੱਕ ਜਾਣੇ ਦੇ ਵਿੱਚ ਇੰਨੀ ਜ਼ਿਆਦਾ ਨਫ਼ਰਤ ਆ ਗਈ ਵੀ ਉਹਨੇ ਉਸ ਏਜੰਡੇ ਦੇ ਉੱਤੇ, ਮੋਦੀ ਜਿਹੜਾ ਕੰਮ ਉੱਥੇ ਨਹੀਂ ਕਰ ਸਕਿਆ ਉਹ ਬਾਹਰ ਕਰਾ ਗਿਆ। ਤੁਸੀਂ ਦੇਖੋ ਵੀ ਲੋਕਾਂ ਦੇ ਮਨਾਂ 'ਚ ਉਹਨੇ ਨਫ਼ਰਤ ਕਿੰਨੀ ਜਿਹੜੀ ਉਹ ਭਰ ਦਿੱਤੀ ਆ। ਆਮ ਲੋਕਾਂ ਨੂੰ ਬਹੁਤ ਜ਼ਿਆਦਾ ਸੁਹਿਰਦਤਾ ਦੇ ਨਾਲ ਜਿਹੜਾ ਉਹ ਰਹਿਣ ਦੀ ਜਿਹੜੀ ਉਹ ਕੋਸ਼ਿਸ਼ ਆ। ਦੇਖੋ ਇੱਕ ਚੀਜ਼ ਤਾਂ ਜਿਹੜੀ ਤੈਅ ਆ, ਈਵਨ ਜਦੋਂ ਭਾਈ ਨਿੱਜਰ ਹੁਣਾਂ ਦੀ ਸ਼ਹਾਦਤ ਹੁੰਦੀ ਆ, ਸਿੱਖਾਂ ਨੇ ਕੋਈ ਏਦਾਂ ਦਾ ਕੰਮ ਨਹੀਂ ਕੀਤਾ, ਅਰਦਾਸ ਕੀਤੀ, ਸਾਰਿਆਂ ਨੂੰ ਸੰਜਮ 'ਚ ਰਹਿਣ ਦੀ ਜਿਹੜੀ ਉਹ ਗੱਲ ਕੀਤੀ। ਕਿਸੇ ਨੇ ਇਹ ਨਹੀਂ ਕਿਹਾ ਵੀ ਉੱਥੇ ਜਾ ਕੇ ਆਹ ਕਰ ਦੋ ਜਾਂ ਉਹ ਕਰ ਦੋ, ਕੁਛ ਨਹੀਂ ਜਿਹੜਾ ਉੱਦਾਂ ਦੀ ਚੀਜ਼ ਜਿਹੜੀ ਉਹ ਵਾਪਰੀ। ਪਰ ਪਤਾ ਨਹੀਂ ਰਜਿੰਦਰ ਕੁਮਾਰ ਦੇ ਮਨ ਦੇ ਵਿੱਚ ਅਜਿਹੀ ਕਿਹੜੀ ਨਫ਼ਰਤ ਆ ਗਈ, ਜਾਂ ਅਜਿਹਾ ਉਹਦੇ ਦਿਮਾਗ ਦੇ ਉੱਤੇ ਕਿਹੜਾ ਫਤੂਰ ਸਵਾਰ ਹੋ ਗਿਆ ਵੀ ਉਸ ਨੇ ਸ਼ੁਰੇਬਾਜ਼ੀ ਜਿਹੜੀ ਉਹ ਘਟਨਾ ਕਰਕੇ ਰਵਿੰਦਰ ਮੱਲੀ ਹੁਣਾਂ ਨੂੰ, ਜੋ ਕਿ ਬਰੈਂਪਟਨ ਦੇ ਰਹਿਣ ਵਾਲੇ ਸੀ, ਉਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ, ਤੇ ਉਹਨਾਂ ਦੀ ਵਾਈਫ ਨੂੰ ਵੀ ਪੁਲਿਸ ਦੇ ਕੰਮਕਾਜ ਦੇ ਵਿੱਚ ਰੋਕ ਟੋਕ ਕਰਨ ਦੇ ਲਈ ਜਿਹੜੀ ਅਬਸਟਰਕਸ਼ਨ ਆਫ ਜਸਟਿਸ ਦੇ ਚਾਰजेस ਦੇ ਵਿੱਚ ਸਬੂਤ ਵੀ ਉਹਨਾਂ ਨੂੰ ਇਹ ਜਿਹੜੀ ਚੀਜ਼ ਆ ਉਹ ਕਰ ਰਹੀ ਆ। ਪੁਲਿਸ ਨੇ ਅਜੇ ਇਹ ਚੀਜ਼ ਨਹੀਂ ਦੱਸੀ ਵੀ ਕਿਹੜੇ ਸਰਕਮਸਟਾਂਸ ਆ, ਇਹ ਉਹਨਾਂ ਦੇ ਜਿਹੜੇ ਨਜ਼ਦੀਕੀ, ਉਹਨਾਂ ਦੇ ਪਰਿਵਾਰਕ ਜੀ ਤੇ ਜਿਹੜੀ ਕਮਿਊਨਿਟੀ ਆ, ਉਹ ਇਹ ਸਾਰੀ ਚੀਜ਼ ਦੱਸ ਰਹੀ ਆ ਵੀ ਰਵਿੰਦਰ ਸਿੰਘ ਮੱਲੀ ਹੁਣਾਂ ਦੀ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਮੌਤ ਹੋਈ ਆ, ਉਹਨਾਂ ਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ। ਭਾਰਤ ਦੇ ਦੂਤਾਵਾਸ ਉਹ ਤਾਂ ਅਸੈਸੀਨੇਸ਼ਨਸ ਕਰਵਾ ਹੀ ਰਹੇ ਸੀ, ਉਹ ਤਾਂ ਅਸੈਸੀਨੇਸ਼ਨ ਦੇ ਲਈ ਸਪਾਰੀਆਂ ਦੇ ਰਹੇ ਸੀਗੇ। ਹੁਣ ਪ੍ਰੋਪੇਗੰਡਾ, ਜਿਹੜਾ ਭੀੜ ਤੰਤਰ ਆਪਾਂ ਉੱਥੇ ਦੇਖਿਆ, ਜਿਹੜੇ ਬਲਡੋਜ਼ਰ ਚੱਲਦੇ ਆਪਾਂ ਉੱਥੇ ਦੇਖਦੇ ਆ, ਜੋ ਇੱਕ ਰਵੱਈਆ ਉੱਥੋਂ ਦੇ ਇੱਕ ਮੈਜੋਰਟੀ ਦਾ ਖਾਸ ਕਰਕੇ ਉੱਥੇ ਬਣਿਆ ਪਿਆ ਆ, ਉਹ ਮਿਨੋਰਟੀ ਨੂੰ ਜਿਹੜਾ ਉਹ ਲੈ ਕੇ ਉਹੀ ਨਫ਼ਰਤ ਜਿਹੜੀ ਆ ਇੱਥੇ ਵੀ ਜਿਹੜੀ ਉਹ ਪਨਪ ਰਹੀ ਆ। ਤੇ ਉਹ ਨਫ਼ਰਤ ਦੇ ਸਿੱਟੇ ਦੇ ਵਿੱਚੋਂ ਇੱਕ ਜਾਣੇ ਦੀ ਇਹ ਕਤਲ ਜਿਹੜਾ ਹੋਇਆ ਆ, ਇਹ ਬਹੁਤ ਹੀ ਜ਼ਿਆਦਾ ਮੰਦਭਾਗੀ ਜਿਹੜੀ ਇਹ ਗੱਲ ਆ। ਉਸ ਭਾਈਚਾਰੇ ਨੂੰ ਵੀ ਭਾਈ ਦੇਖਣਾ ਪੈਣਾ ਹੈ ਵੀ ਤੁਸੀਂ ਆਪਣੇ ਲੋਕਾਂ ਨੂੰ ਕੀ ਜਿਹੜਾ ਉਹ ਸਿਖਾ ਰਹੇ ਆ, ਕਿਹੜੇ ਪਾਸੇ ਵੱਲ ਨੂੰ ਜਿਹੜਾ ਤੁਸੀਂ ਤੋਰ ਰਹੇ ਆ। ਇਹਦੇ ਨਾਲ ਆਲਟਰਕੇਸ਼ਨਸ ਗਾਂਹ ਵਧਣੀਆਂ ਹੀ ਆ, ਘਟਣ ਵਾਲੀ ਜਿਹੜੀ ਉਹ ਗੱਲ ਨਹੀਂ ਆ। ਕਿੱਦਾਂ ਇਕੱਠੇ ਜਿਹੜੇ ਇਹਨਾਂ ਨੂੰ ਜਿਹੜਾ ਉਹ ਜੋੜੇ ਸਕਦੇ, ਕਿੱਦਾਂ ਇਹਨਾਂ ਦੇ ਦਿਮਾਗ ਤੋਂ ਪਰਦਾ ਚੱਕ ਹੋਵੇ, ਇਹ ਇੱਕ ਹੁਣ ਵੱਡੀ ਜਿਹੜੀ ਚਰਚਾ ਹੈ, ਵੱਡੀ ਜਿਹੜੀ ਇੱਕ ਗੱਲ ਕਰਨ ਵਾਲੀ ਹੈ। ਹਾਲਾਂਕਿ ਦੇਖਿਆ ਜਾਵੇ ਰਾਜਕਰਮਵੀਰ ਸਿੰਘ ਜੀ, ਦੋਹੇ ਧਿਰਾਂ, ਚਾਹੇ ਉਹ ਉੱਥੋਂ ਭਾਰਤ ਏਸ਼ੀਅਨ ਨੇ, ਭਾਰਤੀ ਨੇ, ਉੱਥੋਂ ਕੋਈ ਵੀ ਹਿੰਦੂ ਸਿੱਖ ਮੁਸਲਮਾਨ ਭਰਾ ਆਉਂਦਾ ਹੈ, ਕੋਈ ਵੀ ਭਰਾ ਆਉਂਦਾ, ਉਹਨੇ ਇੱਧਰ ਆ ਕੇ ਬਹੁਤ ਸਟਰਗਲ ਕੀਤੀ ਆ ਸਿਵਲ ਰਾਈਟਸ ਵਾਸਤੇ, ਤੇ ਰੇਸਿਜ਼ਮ ਦਾ ਵੀ ਸਾਹਮਣਾ ਕੀਤਾ। ਹੋਣਾ ਤੇ ਇਹ ਚਾਹੀਦਾ ਸੀ ਕਿ ਜਿਵੇਂ ਇੱਧਰ ਵਿਚਰਦੇ ਆ ਤੇ ਇੱਧਰ ਦੇ ਹਿਸਾਬ ਦੇ ਨਾਲ ਤੁਸੀਂ ਚੀਜ਼ਾਂ ਨੂੰ ਦੇਖਣਾ ਸੀਗਾ ਕਿ ਸਾਡੇ ਕੋਈ ਸਿੱਖ ਭਰਾ ਨੂੰ ਕੋਈ ਰੇਸਿਜ਼ਮ ਨਾ ਕਰੇ, ਹਿੰਦੂ ਭਰਾ ਦੇ ਨਾਲ ਕੋਈ ਇਸ ਤਰ੍ਹਾਂ ਨਾ ਹੋ ਜੇ। ਹੋਣਾ ਤਾਂ ਇਕੱਠੇ ਸੀਗਾ, ਬਹੁਤਾਤ ਦੇ ਵਿੱਚ ਇਦਾਂ ਹੀ ਚੱਲ ਰਿਹਾ ਸੀਗਾ, ਇਦਾਂ ਹੀ ਚੱਲ ਰਿਹਾ ਸੀਗਾ। ਮਤਲਬ ਤੁਸੀਂ ਦੇਖੋ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਹਿੰਦੂ ਫੈਮਿਲੀ ਜਾਂਦੀਆਂ ਨੇ, ਜਾਂ ਕਈ ਸਤਿਕਾਰ ਕਰਦੇ ਲੋਕ ਮੰਦਿਰਾਂ ਦਾ ਵੀ, ਸਿੱਖ ਧਰਮ ਸਾਰੇ ਹੀ ਕਰਦੇ ਨੇ, ਹਰ ਧਾਰਮਿਕ ਜਜ਼ਬਾਤਾਂ ਦਾ, ਇਕੱਠੇ ਪਾਰਟੀਆਂ ਦੇ ਵਿੱਚ ਬਹਿਣਾ ਉੱਠਣਾ, ਵਿਆਹ ਸ਼ਾਦੀ ਸਮਾਗਮ, ਸਾਰਾ ਕੁਝ ਇਕੱਠੇ ਹੀ ਨੇ। ਪਰ ਇੱਕ ਪੋਲੀਟੀਕਲ ਪ੍ਰੋਪੇਗੈਂਡਾ ਨੇ ਤੁਸੀਂ ਦੇਖੋ ਕਿੰਨੀ ਨਫ਼ਰਤ ਘੋਲ ਦਿੱਤੀ ਹੈ, ਉਹਦੇ ਨਤੀਜਾ ਇੱਕ ਬਹੁਤ ਮੰਦਭਾਗੀ ਘਟਨਾ ਦੇ ਰੂਪ ਦੇ ਵਿੱਚ। ਹੁਣ ਤੁਸੀਂ ਦੇਖੋ ਵੀ ਜਿਹੜੇ ਭਾਰਤ ਤੋਂ ਚੱਲਦੇ ਚੈਨਲ ਨੇ, ਉਹਨਾਂ ਦਾ ਕੰਮ ਹੀ ਕੋਈ ਨਹੀਂ, ਸਿਰਫ ਨਫ਼ਰਤ ਜਿਹੜੇ ਭੋਲਣ ਤੋਂ ਇਲਾਵਾ ਚੱਤੋ ਪੈਰ। ਉਹਨਾਂ ਨੇ ਅੱਤਵਾਦੀ ਤੋਂ ਥੱਲੇ ਸ਼ਬਦ ਹੀ ਨਹੀਂ ਵਰਤਣਾ। ਜਦੋਂ ਤੁਹਾਡੇ ਮਨ ਦੇ ਵਿੱਚ ਬਾਰ-ਬਾਰ ਉਹ ਚੀਜ਼ ਜਿਹੜੀ ਉਹ ਆ ਰਹੀ ਆ, ਜ਼ਹਿਰ ਪਾਈ ਜਾ ਰਹੀ, ਉਹ ਖਾਲਿਸਤਾਨ ਦਾ ਸਮਰਥਕ ਸੀਗਾ, ਪਰ ਇਹਦਾ ਮਤਲਬ ਇਹ ਥੋੜੀ ਵੀ ਹਰ ਜਿਹੜਾ ਉਹ ਅੱਤਵਾਦੀ ਹੋ ਗਿਆ। ਉਹ ਜਿਸ ਤਰੀਕੇ ਦੇ ਨਾਲ ਇੰਡੀਅਨ ਜਿਹੜਾ ਪ੍ਰੋਪੇਗੈਂਡੇ ਦੇ ਵਿੱਚ ਭਾਈ ਨਿੱਜਰ ਹੋਣਾ ਤੋਂ ਲੈ ਕੇ ਜਿੰਨੇ ਵੀ ਐਕਟਿਵਿਸਟ ਆ, ਉਹਨਾਂ ਸਾਰਿਆਂ ਨੂੰ ਇਸੇ ਸ਼ਬਦ ਨਾਲ ਬੁਲਾਇਆ ਜਾਂਦਾ। ਉਹ ਦੇਖੋ ਵੀ ਉਹਦੇ ਮਨ ਦੇ ਵਿੱਚ ਇਕੱਠੇ ਕੰਮ ਕਰਦੇ ਹੋਏ ਹੋਣ ਦੇ ਬਾਵਜੂਦ ਵੀ, ਇੱਕੋ ਥਾਂ ਦੇ ਉੱਤੇ ਕੰਮ ਕਰਨ ਦੇ ਬਾਵਜੂਦ ਵੀ, ਇੱਕ ਦੂਜੇ ਦੇ ਮਿੱਤਰ ਹੋਣ ਦੇ ਬਾਵਜੂਦ ਵੀ, ਐਡਾ ਜਿਹੜਾ ਉਹਦੇ ਮਨ ਦੇ ਵਿੱਚ ਜਿਹੜੀ ਉਹ ਚੀਜ਼ ਜਿਹੜੀ ਉਹ ਵਿਚਾਰ ਦੇ ਆਧਾਰ ਤੇ ਕਿਸੇ ਨੂੰ ਕਤਲ ਕਰਨਾ ਤਾਂ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ। ਵਿਚਾਰ ਤਾਂ ਕਿਸੇ ਦਾ ਕੋਈ ਖਾਲਿਸਤਾਨੀ ਹੋ ਸਕਦਾ ਹੈ, ਕੋਈ ਰਾਸ਼ਟਰਵਾਦੀ ਹੈ, ਕੋਈ ਖੱਬੇ ਪੱਖੀ ਹੈ, ਕੋਈ ਹੈ।
ਇਸ ਦੇ ਆਧਾਰ ਤੇ ਤੁਸੀਂ ਥੋੜ੍ਹਾ ਕਿਸੇ ਨੂੰ ਕਤਲ ਕਰਦੇ ਹੋ ਕਿ ਯਾਰ ਫਲਾਨਾ ਬੰਦਾ ਤਾਂ ਮੈਨੂੰ ਦਿਖਣਾ ਹੀ ਨਹੀਂ ਚਾਹੀਦਾ ਤੇ ਮੈਂ ਤੁਹਾਨੂੰ ਮਾਰ ਕੇ ਸਾਹ ਲੈਣਾ। ਸੋ ਬਿਲਕੁਲ ਇਹ ਜਿਵੇਂ ਤੁਸੀਂ ਕਿਹਾ ਨਾ ਕਿ ਉੱਥੋਂ ਦੀ ਮਸ਼ੀਨਰੀ ਦਾ ਜਿਹੜਾ ਹੁਣ ਤੱਕ ਪਿਛਲੇ ਕੁਝ ਸਾਲਾਂ ਤੋਂ ਜ਼ਹਿਰ ਜਿਹੜਾ ਭਰਿਆ ਜਾ ਰਿਹਾ ਸੀਗਾ, ਉਹਦੇ ਨਤੀਜੇ ਨਤੀਜੇ ਸਿੱਟੇ ਨਿਕਲ ਰਹੇ ਹਾਂਜੀ, ਆ। ਉਹਦੇ ਨਤੀਜੇ ਆ। ਉੱਥੇ ਨਾਲ ਪੈਰਲਲ ਤੁਸੀਂ ਦੇਖ ਲਓ ਜਿਹੜੀਆਂ ਚੀਜ਼ਾਂ ਰਿਪੋਰਟ ਨਹੀਂ ਹੋ ਰਹੀਆਂ, ਹਰਿਆਣੇ ਦੇ ਵਿੱਚ ਬਹੁ ਗਿਣਤੀ ਲੋਕ ਜਿਹੜੇ ਕਿ ਹਿੰਦੂ ਭਾਈਚਾਰੇ ਤੋਂ ਹੀ ਆਉਂਦੇ ਨੇ, ਉਹਨਾਂ ਨੇ ਕਿਨਾਰਾ ਕਰ ਲਿਆ ਇਹਨਾਂ ਘਟਨਾਵਾਂ ਤੋਂ ਬਿਲਕੁਲ ਵੀ ਸਾਡਾ ਇਹ ਕੰਮ ਨਹੀਂਗਾ, ਉਹ ਕਹਿੰਦੇ ਵੀ ਤੁਹਾਨੂੰ ਵਰਤ ਗਏ, ਤੁਹਾਨੂੰ ਵਰਤ ਗਏ। ਉਹ ਆਪਣੇ ਮੁੰਡਿਆਂ ਨੂੰ ਹਾਂਜੀ। ਗੁਹਾਰ ਲਾ ਰਹੇ ਆ ਵੀ ਹਾਂ। ਭਾਈ ਇਹਨਾਂ ਤੋਂ ਪਰੇ ਹੋਵੋ। ਹਾਂਜੀ, ਇਹ ਆ ਦੇਖੋ, ਉਹ ਕਹਿ ਰਹੇ ਸਿੱਖਾਂ ਨਾਲ ਤਾਂ ਸਾਡੀ ਸਾਂਝ ਆ, ਇਹ ਤਾਂ ਸਾਨੂੰ ਲੜਾ ਰਹੇ ਆ ਸਭ। ਇਹ ਦੇਖੋ ਵੀ ਸਾਲ ਡੇਢ ਸਾਲ ਪਹਿਲਾਂ ਸਾਰੇ ਤੇ ਇਕੱਠੇ ਸੀਗੇ, ਇਕੱਠੇ ਸੀ। ਹਾਂਜੀ, ਕਿਸਾਨ ਅੰਦੋਲਨ ਦੇ ਵੇਲੇ ਬਿਲਕੁਲ, ਇਕੱਠੇ ਹੀ ਸੀਗੇ ਨਾ। ਹਾਂਜੀ, ਤੇ ਦੇਖੋ ਉਹਨਾਂ ਦਾ ਇਹੀ ਮੋਟਿਵ ਸੀਗਾ, ਹੂੰ। ਕਿੱਦਾਂ ਵੰਡੀਏ, ਹੂੰ। ਪਾੜ ਪਾਈਏ ਤੇ ਉਹ ਕਰੀਏ। ਹਾਂਜੀ, ਉਹ ਇੰਡੀਆ ਦੇ ਝੰਡੇ ਲੈ ਲੈ ਕੇ ਜਿਹੜਾ ਕਿਸ ਤਰੀਕੇ ਦੇ ਨਾਲ ਉਹ ਸ਼ੁਰੇਬਾਜ਼ੀ ਵਾਲੀਆਂ ਜਿਹੜੀਆਂ ਦੇਖੋ ਹੁਣ ਇਹ ਘਟਨਾਵਾਂ, ਹਥਿਆਰ ਲੈ ਕੇ ਜਿਹੜੇ ਉਹ ਤੁਰੇ ਫਿਰਦੇ ਆ, ਗੁਰਦੁਆਰਿਆਂ ਦੇ ਉੱਤੇ ਹਮਲਾ ਜਿਹੜਾ ਹੀ ਕਰ ਦਾਂਗੇ, ਇਹਨਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ, ਇਦਾਂ ਦੇ ਨਾਰੇ ਮਾਰ ਰਹੇ। ਬਿਲਕੁਲ ਇਹ ਉੱਥੋਂ ਦੇ ਭਾਈਚਾਰੇ ਨੇ, ਹਰਿਆਣਵੀਆਂ ਨੇ ਤਾਂ ਜਿਹੜੇ ਉਹਨਾਂ ਦੇ ਬਜ਼ੁਰਗ ਆ ਉਹ ਤਾਂ ਕਹਿ ਰਹੇ ਆ ਵੀ ਭਾਈ ਤੁਸੀਂ ਇਹਨਾਂ ਦੇ ਹੱਥੋਂ ਵਰਤਣਾ ਹੋਵੋ, ਇਹਨਾਂ ਤੋਂ ਲਾਂਭੇ ਹੋਵੋ, ਇਹ ਇਹਨਾਂ ਨੇ ਤੁਹਾਨੂੰ ਜਿਹੜਾ ਉਹ ਫਸਾ ਦੇਣਾ ਆ। ਹੁਣ ਬਾਅਦ ਦੇ ਵਿੱਚ ਫਿਰ ਉਹ GoFundMe ਸ਼ੁਰੂ ਕਰਦੇ ਆ ਵੀ ਸਾਨੂੰ ਵਕੀਲ ਚਾਹੀਦਾ। ਹਾਂਜੀ, ਹੁਣ ਪੀਲ ਪੁਲਿਸ ਨੇ ਆਪ ਜਿਹੜੀ ਕੱਲ ਵੀਡੀਓ ਜਿਹੜੀ ਉਹ ਸ਼ੇਅਰ ਕੀਤੀ ਆ, ਇਹ ਕਿਸੇ ਤਰੀਕੇ ਦੇ ਭਾਰਤੀ ਰਾਸ਼ਟਰਵਾਦੀ ਦੀ ਜਿਹੜੇ ਹਥਿਆਰ ਲਈ ਫਿਰਦਾ ਸੀਗਾ, ਤੇ ਬਾਅਦ ਦੇ ਵਿੱਚ ਉਹ ਜਿਹੜਾ ਉਹ ਦਿਖਾਇਆ ਜਾ ਰਿਹਾ ਪੀਲ ਪੁਲਿਸ ਦੇ ਉੱਤੇ, ਇੰਡੀਆ ਦੇ ਚੈਨਲ ਦਿਖਾ ਰਿਹਾ ਵੀ ਕੋਈ ਮਾਮੂਲੀ ਜੀ ਗੱਲ ਸੀਗੀ ਤੇ ਐਵੇਂ ਪੁਲਿਸ ਵਾਲੇ ਲੜ ਪਏ। ਉਹ ਪੁਲਿਸ ਦੇ ਉੱਤੇ ਭਾਂਡਾ ਭੰਨ ਰਹੇ ਸਾਰਾ। ਉਹਨਾਂ ਨੇ ਤਾਂ ਰਿਪੋਰਟ ਹੀ ਸਾਰੀਆਂ ਘਟਨਾਵਾਂ ਨੂੰ ਬਹੁਤ ਹੀ ਉਲਟ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਜਿਹੜੀ ਉਹ ਰਿਪੋਰਟ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਕੀਤੀ ਆ। ਪਰ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਸੋ ਫਾਰ ਜੋ ਮੀਡੀਆ ਦੇ ਵਿੱਚ ਜੋ ਸਾਹਮਣੇ ਆਇਆ, ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਦੱਸਿਆ, ਉਹਨਾਂ ਦੀ ਵਾਈਫ ਜਸਪ੍ਰੀਤ ਮੱਲੀ, ਉਹਨਾਂ ਨੇ ਜਿਹੜਾ ਇਹ ਲਿਖਿਆ ਆ ਵੀ ਨਫ਼ਰਤ ਦੇ ਸ਼ਿਕਾਰ ਜਿਹੜਾ ਮੇਰਾ ਘਰ ਵਾਲਾ ਹੋਇਆ ਆ, ਇਦਾਂ ਦੀ ਮੋਹਰੇ ਕੋਈ ਹੋਰ ਘਟਨਾ ਨਹੀਂ ਵਾਪਰਨੀ ਚਾਹੀਦੀ। ਇਹ ਬਹੁਤ ਮਾੜੀ ਜਿਹੜੀ ਇੱਕ ਗੱਲ ਹੈਗੀ ਆ, ਤੇ ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਇਦਾਂ ਨਫ਼ਰਤ ਦਾ ਜਿਹੜਾ ਇਹ ਰਵਿੰਦਰ ਮੱਲੀ ਸ਼ਿਕਾਰ ਹੋਇਆ। ਇੱਧਰ ਵੀ ਜਿਹੜੇ ਮੀਡੀਆਦਾਰ ਆ ਉਹਨਾਂ ਨੂੰ ਵੀ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ, ਉਹਨਾਂ ਨੂੰ ਬਲਦੀ ਤੇ ਘਿਓ ਨਹੀਂ ਪਾਉਣਾ ਚਾਹੀਦਾ, ਉਹਨਾਂ ਨੂੰ ਸਦਭਾਵਨਾ ਦਾ ਜਿਹੜਾ ਸੁਨੇਹਾ ਸਾਰਿਆਂ ਨੂੰ ਦੇਣਾ ਚਾਹੀਦਾ। ਦੇਖੋ ਤੁਹਾਡਾ ਲੜਾਈ ਸਾਡੀ ਸਿਸਟਮ ਦੇ ਨਾਲ ਆ, ਹਾਂਜੀ, ਉਥੋਂ ਦੀ ਸਟੇਟ ਦੇ ਨਾਲ ਆ, ਕਿਸੇ ਇੱਕ ਖਾਸ ਦੇ ਨਾਲ ਨਹੀਂ ਆ। ਉੱਥੇ ਕੋਈ ਵੀ ਬੈਠਾ ਹੋ ਸਕਦਾ ਹੈ, ਉੱਥੇ ਤੁਹਾਡੇ ਧਰਮ ਦਾ ਬੰਦਾ ਵੀ ਬਿਠਾਇਆ ਜਾ ਸਕਦਾ ਹੈ, ਬੈਠਾ ਰਿਹਾ। ਜਿਸ ਟਾਈਮ ਦੇ ਉੱਤੇ 84 ਦਾ ਹਮਲਾ ਹੋਇਆ ਆ, ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਕੌਣ ਸੀਗਾ, ਕਿੰਨਾਂ ਦੇ ਥਰੂ ਉਹਨਾਂ ਨੇ ਹਮਲਾ ਕਰਵਾਇਆ। ਸੋ ਉਹਨਾਂ ਨੇ ਤਾਂ ਐਜ਼ ਏ ਟੂਲ ਤੁਹਾਨੂੰ ਵਰਤ ਕੇ ਸਿੱਟ ਦੇਣਾ। ਤੁਸੀਂ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ। ਸਿੱਖਾਂ ਨੂੰ ਆਪਣੇ ਇਤਿਹਾਸ ਤੋਂ, ਇਸ ਚੀਜ਼ ਤੋਂ ਜਿਹੜਾ ਸਬਕ ਲੈਣ ਦੀ ਜਿਹੜੀ ਜ਼ਰੂਰਤ ਆ। ਜਦੋਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਵੀ ਹੋ ਗਈਆਂ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਨੇ ਮੁੜ ਸਰਹੰਦ ਵੀ ਜਿੱਤੀ, ਮੁੜ ਪੰਜਾਬ ਵੀ ਕੀਤਾ, ਖਾਲਸਾ ਰਾਜ ਵੀ ਕਾਇਮ ਕੀਤਾ, ਉਦੋਂ ਵੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਨਾ ਢਾਇਆ ਗਿਆ, ਨਾ ਹਮਲਾ ਹੋਇਆ। ਪਰ ਇਹ ਲੋਕ ਉਹਨਾਂ ਦੇ ਪ੍ਰੋਪੇਗੈਂਡੇ 'ਚ ਆ ਕੇ ਕਿਸ ਤਰੀਕੇ ਦੇ ਨਾਲ ਹਮਲਿਆਂ ਦੇ ਉੱਤੇ ਉਤਾਰੂ ਹੋਏ ਪਏ ਆ, ਬੰਬ ਸਿੱਟਣ ਦੀਆਂ ਜਿਹੜੀਆਂ ਉਹ ਗੱਲਾਂ ਕਰਦੇ ਆ, ਹਥਿਆਰ ਲੈ ਕੇ ਗੁਰਦੁਆਰਿਆਂ ਨੂੰ ਘੇਰਨ ਦੀਆਂ ਜਿਹੜੀਆਂ ਉਹ ਗੱਲਾਂ ਕਰਦੇ ਆ। ਤੇ ਉਹਨਾਂ ਦੇ ਵਿੱਚੋਂ ਹੀ ਅਜਿਹੇ ਕੁਝ ਲੋਕ, ਰਜਿੰਦਰ ਵਰਗੇ ਜਿਹੜੇ ਆ, ਉਹ ਐਡੀ ਨਫ਼ਰਤ ਦਾ ਸ਼ਿਕਾਰ ਹੋ ਚੁੱਕੇ ਆ ਵੀ ਉਹਨਾਂ ਨੂੰ ਦਿਸਦਾ ਨਹੀਂ। ਉਹਨੂੰ ਨਹੀਂ ਦਿਸਦਾ ਵੀ ਉਹਨਾਂ ਦੇ ਪਰਿਵਾਰ ਦਾ ਭਵਿੱਖ ਕੀ ਹੋਊਗਾ। ਆਪ ਮੀਆਂ ਬੀਬੀ ਅੰਦਰ, ਨਿਆਣੇ ਹੋਣਗੇ ਬਾਹਰ, ਉਹ ਰਹਿ ਗਏ ਬਾਹਰ ਦੇ ਬਾਹਰ। ਇੰਡੀਆ ਦਾ ਬਿਲਕੁਸਬਾਨੋ ਕੇਸ ਨਹੀਂਗਾ ਵੀ ਬਾਹਰ ਆਉਂਗੇ ਤਾਂ ਫੁੱਲਾਂ ਦੇ ਹਾਰ ਪੈਣਗੇ। ਹਾਂ, ਇਹ ਇੰਡੀਆ ਇੱਥੇ ਅੰਦਰ ਹੀ ਜਿਹੜੀ ਆ ਉਹ ਸਜ਼ਾ ਭੁਗਤ ਕੇ ਆਉਣੀ ਪੈਣੀ ਹੈ। ਕਈ ਵਾਰ ਤਾਂ ਸਵਾਸ ਵੀ ਅੰਦਰ ਹੀ ਲੈ ਜਾਂਦੇ ਆ। ਇਦਾਂ ਹੀ ਹੁੰਦਾ ਹੈ ਜੀ। ਸੈਕਿੰਡ ਪ੍ਰੋਪੇਗੈਂਡੇ ਦੇ ਸ਼ਿਕਾਰ ਹੋਣ ਤੋਂ ਜਿਹੜਾ ਉਹ ਤੁਸੀਂ ਬਚੋ। ਇਹ ਜਿੱਦਾਂ ਉਹ ਕਹਿੰਦੇ ਹੁੰਦੇ ਵੀ ਅੱਗਾ ਲਾਉਣ ਵਾਲੇ ਆ ਨਾ, ਉਹ ਅੱਗ ਲਾ ਕੇ ਤੇ ਆਪ ਕਿਸੇ ਪਾਸੇ ਹੁੰਦੇ ਆ। ਉਹ ਤੋਂ ਕਿੰਨੇ 7 ਸਮੁੰਦਰਾਂ ਪਾਰ ਉੱਥੋਂ ਅੱਗ ਲਾ ਰਹੇ ਆ, ਤੇ ਤੁਸੀਂ ਇੱਥੇ ਅੱਗ ਦਾ ਸ਼ਿਕਾਰ ਜਿਹੜਾ ਉਹ ਨਾ ਹੋਵੋ। ਸਿੱਖਾਂ ਨੇ ਬੜੇ ਸੰਜਮ ਤੋਂ ਕੰਮ ਲਿਆ, ਉਸ ਤੋਂ ਬਾਅਦ ਚ ਵੀ ਜਿਹੜੇ ਇਹ ਚੀਜ਼ ਦੇ ਵਿੱਚ ਆ। ਤੇ ਸਾਰਿਆਂ ਨੂੰ ਇਹੀ ਆ ਵੀ ਭਾਈ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਹੋਣ। ਉਹਨਾਂ ਨੇ ਫੇਰ ਛੇੜਖਾਨੀਆਂ ਛੇੜਨੀਆਂ, ਤੁਹਾਨੂੰ ਉਹਨਾਂ ਨੇ ਉਕਸਾਉਣਾ, ਤੁਹਾਨੂੰ ਉਹਨਾਂ ਨੇ ਭੜਕਾਉਣਾ, ਤੇ ਤੁਸੀਂ ਸੰਜਮ ਤੋਂ ਕੰਮ ਲੈਣਾ। ਇਹ ਜਿਹੜਾ ਕੰਮ ਆ ਵੀ ਉਹਨਾਂ ਦੇ ਜਿਹੜੇ ਫਿਰਕੂਪੁਣੇ ਨੂੰ ਵਧਾਉਣ ਵਾਲੀ ਗੱਲ ਆ, ਉਹ ਇੱਥੇ ਨਾ ਆਵੇ, ਪਰ ਉਹ ਇੱਥੇ ਲੈ ਆਂਦੀ ਉਹਨਾਂ ਨੇ, ਬਹੁਤ ਵੱਡੇ ਪੱਧਰ ਦੇ ਉੱਤੇ ਲੈ ਆਂਦੀ ਉਹਨਾਂ ਨੇ। ਬਿਲਕੁਲ, ਨਾ ਸਿਰਫ ਕੈਨੇਡਾ ਦੇ ਵਿੱਚ, ਇਹ ਅਮਰੀਕਾ ਦੇ ਵਿੱਚ ਵੀ ਵਾਪਰ ਸਕਦਾ, ਆਸਟ੍ਰੇਲੀਆ ਦੇ ਵਿੱਚ ਆਲਰੇਡੀ ਵਾਪਰ ਚੁੱਕਿਆ ਹੈ। ਤੁਸੀਂ ਦੇਖੋ ਪ੍ਰਵੀਨ ਜੀ, ਜਿਹੜਾ ਹੁਣ ਇੱਥੇ ਮੰਦਿਰਾਂ ਦੇ ਬਾਹਰ ਜਿਹੜੀ ਨਾਅਰੇਬਾਜ਼ੀ ਲਿਖੀ ਜਾਂਦੀ ਆ, ਆਸਟ੍ਰੇਲੀਆ ਵਾਲਾ ਹੀ ਆ ਮਸਲਾ, ਕੈਨੇਡਾ ਵਾਲਾ ਹੀ ਆ ਮਸਲਾ।
ਆਪ ਹੀ ਕਰਕੇ ਬਾਅਦ ਦੇ ਵਿੱਚ ਇੱਥੇ ਵੀ ਫਿਰਕੂ ਹੀ ਕਰ ਰਹੇ ਆ। ਦੇਣ ਦੀ ਕੋਸ਼ਿਸ਼। ਉਸ ਤੋਂ ਬਾਅਦ ਜਿਹੜੀਆਂ HAF ਵਰਗੀਆਂ ਆ, COHNA ਵਰਗੀਆਂ ਆ, ਉਹ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੰਦੀਆਂ। ਅਮਰੀਕਨਸ ਬਾਰ ਹਿੰਦੂ ਇੱਕ ਨਵੀਂ ਆਰਗੇਨਾਈਜੇਸ਼ਨ ਬਣੀ ਹੋਈ ਆ, ਉਹ ਚਿੱਠੀਆਂ ਲਿਖ ਰਹੀ ਆ ਵੀ ਉੱਥੇ ਤਾਂ ਦੇਖੋ ਜੀ ਇਦਾਂ ਹੁੰਦਾ ਹੈ, ਉੱਥੇ ਜੀ ਉਹਨਾਂ ਨੇ ਮੰਦਰ ਤੇ ਹਮਲਾ ਕਰਤਾ ਜੀ, ਉੱਥੇ ਤਾਂ ਇਦਾਂ ਆ ਜੀ, ਉੱਥੇ ਤਾਂ ਉਦਾਂ ਆ ਜੀ, ਇਹ ਤਾਂ ਇਦਾਂ ਦੇ ਲੋਕ ਨੇ। ਉਹ ਉਸ ਪਾਸੇ ਵੱਲ ਨੂੰ ਇੱਥੇ ਅਮਰੀਕਾ ਦੇ ਵਿੱਚ ਵੀ ਤੁਹਾਨੂੰ ਦੋ ਫੜ ਕਰ ਰਹੇ ਆ। ਇੱਥੇ ਦੇ ਜਿਹੜੇ ਸੁਹਿਰਦ ਨੇ ਉਹ ਲੋਕ ਦੂਜੀ ਕਮਿਊਨਿਟੀ ਦੇ, ਉਹਨਾਂ ਨੂੰ ਮੋਹਰੇ ਆਉਣਾ ਚਾਹੀਦਾ ਵੀ ਸਾਡੇ ਇੱਥੇ ਕੋਈ ਮਸਲਾ ਨਹੀਂ ਇਹ ਵਾਲਾ। ਸਾਰੇ ਜਾਣੇ ਸੇਮ ਰੋਜੀ ਰੋਟੀ ਦੇ ਨਾਲ ਜਿਹੜਾ ਉਹ ਆਏ ਆ ਤੇ ਆਪਣੀ ਆਵਾਜ਼ ਚੱਕਣ ਦੀ ਗੱਲ ਜਿਹੜੀ ਉਹ ਕਰ ਰਹੇ। ਬਿਲਕੁਲ। ਨਾਲੇ ਆਪਾਂ ਜਿਹੜੇ ਜਿਵੇਂ ਆਪਾਂ ਜ਼ਿਕਰ ਤੁਸੀਂ ਕੀਤੇ ਸੀਗੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਆ। ਮੈਜੋਰਟੀ ਹਿੰਦੂ ਜਿਹੜੇ ਲੋਕ ਨੇ ਉਹ ਇਸ ਟਾਈਮ ਬਾਬੇ ਨਾਨਕ ਦਾ ਬਹੁਤ ਸਤਿਕਾਰ ਕਰਦੇ ਨੇ ਤੇ ਗੁਰੂ ਘਰਾਂ ਦੇ ਵਿੱਚ ਗਏ ਹੋਣਗੇ, ਨਗਰ ਕੀਰਤਨਾਂ ਦਾ ਸਾਰਿਆਂ ਨੇ ਜਿਹੜਾ ਉਹ ਜਾਣਾ ਆ, ਮੱਥਾ ਟੇਕਦੇ ਨੇ। ਬਿਲਕੁਲ। ਤੇ ਉਹ ਇਹ ਉੱਥੋਂ ਦਾ ਪ੍ਰੋਪੇਗੈਂਡਾ, ਉੱਥੋਂ ਦਾ ਜਿਹੜਾ WhatsApp ਤੇ ਹੇਟ ਫਲਾਈ ਜਾ ਰਹੀ ਆ, ਉਹਦਾ ਸ਼ਿਕਾਰ ਹੋ ਕੇ ਵੀ ਭਲੇ ਮਾਨਸੋ ਉੱਥੇ ਤਾਂ ਇੰਡੀਆ, ਉੱਥੇ ਤਾਂ ਬਲਡੋਜ਼ਰ ਚੱਲ ਕੇ ਤੁਸੀਂ ਮਨਾ ਲੈਂਦੇ ਖੁਸ਼ੀਆਂ, ਇੱਧਰਲੀ ਪੁਲਿਸ ਨੇ ਤਾਂ ਟੰਗ ਲੈਣਾ ਤੁਹਾਨੂੰ। ਨਹੀਂ, ਅਗਲਿਆਂ ਨੇ ਉਹਨਾਂ ਦੀ ਵੀਡੀਓ ਜਾਰੀ ਕਰ ਹੀ ਦਿੱਤੀ ਉਸ ਦੀ, ਜਿਹਦੇ ਕੋਲ ਹਥਿਆਰ ਸੀਗਾ ਉਹਦੀ ਵੀਡੀਓ ਜਾਰੀ ਕਰ ਹੀ ਦਿੱਤੀ। ਹੁਣ ਲੱਭਣ ਦੇ ਆ, ਭਾਲਦੇ ਆ, ਕਿੱਥੇ ਭੱਜ ਲੂਗਾ। ਨਹੀਂ, ਨਾਲੇ ਜਿਹੜੇ ਕੁਝ ਲੋਕ ਭਾਵੇਂ ਚਲੋ ਹਰਿਆਣੇ ਦੇ ਸੀ, ਕਿਸੇ ਵੀ ਖਿੱਤੇ ਦੇ ਸੀ, ਉਹਨਾਂ ਨੇ ਪਹਿਲਾਂ WhatsApp ਤੇ ਧਮਕੀਆਂ ਦਿੱਤੀਆਂ, ਬਾਅਦ ਚ ਮਾਫੀਆਂ ਮੰਗਦੇ ਸੀ, ਬਾਅਦ ਮਾਸਕ ਪਾ ਕੇ ਮਾਫੀਆਂ ਮੰਗਦੇ ਸੀ। ਹਾਂ, ਇਹ ਕੀ ਫਿਰ ਵਲੌਗਿੰਗ ਕਰਦੇ ਸੀਗੇ, ਇਦਾਂ ਕਹਿੰਦੇ ਸੀ ਵੀ ਜਿੱਦਾਂ ਨਿੱਜਰ ਨੂੰ ਕੀਤਾ ਉਦਾਂ ਬਾਕੀਆਂ ਨੂੰ ਵੀ ਕਰਨਾ। ਫਿਰ ਅਗਲੇ ਦਿਨ ਮਾਫੀਆਂ ਮੰਗਦੇ ਸੀਗੇ ਵੀ ਹੁਣ ਕੀ ਕਰੀਏ ਭਾਈ, ਅਸੀਂ ਤਾਂ ਰੋਜੀ ਰੋਟੀ ਕਮਾਉਣ ਆਏ ਆ। ਫਿਰ ਭਾਈ ਬਹਿਕਾਵੇ ਚ ਕਿਉਂ ਆ ਜਾਂਦੇ ਆ? ਫਿਰ ਐਡੀ ਜਲਦੀ ਤੁਹਾਡੀ ਜਿਹੜੀ ਜ਼ੁਬਾਨ ਕੋ ਫਿਸਲ ਜਾਂਦੀ ਆ। ਜਿਹੜੀ ਗੱਲ ਤੁਹਾਡੇ ਉੱਥੇ ਬੈਠੇ ਬਜ਼ੁਰਗ ਕੋਈ 65-70 ਸਾਲ ਦੇ ਸਮਝ ਗਏ, ਤੁਹਾਨੂੰ ਇੱਥੇ ਆ ਕੇ ਨਹੀਂ ਸਮਝ ਆਈ। ਇੰਨੇ ਤੁਸੀਂ ਦੇਖੋ ਵੀ ਕਿੱਡੀ ਤਿਆਰੀ ਸੀਗੀ ਪ੍ਰਵੀਨ ਜੀ। ਫਿਰ ਵੀ ਉਹ ਕੁਝ ਕੁ WhatsApp ਤੇ ਕਾਲ ਤੋਂ ਬਾਅਦ ਚ ਕਿਸ ਤਰੀਕੇ ਦੇ ਨਾਲ ਹਥਿਆਰਬੰਦ ਹੋ ਕੇ ਤੇ ਕਿੱਦਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਲੋਕਾਂ ਨੇ ਇਕੱਠ ਕੀਤਾ, ਲੋਕਾਂ ਨੂੰ, ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ। ਉਹ ਬੀਬੀ ਵੀ ਸਾਹਮਣੇ ਆ ਗਈ ਸੀ ਜਿਹਦੀ ਗੱਡੀ ਨੂੰ ਇਹਨਾਂ ਨੇ ਕੁੱਟਮਾਰ ਕੀਤੀ ਕਿਉਂਕਿ ਖੰਡਾ ਸੀਗਾ ਉਹਦੇ ਤੇ, ਹਨਾ ਵੀ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਪਰ ਹਾਂਜੀ ਅਸਲ ਦੇ ਵਿੱਚ ਆਪਾਂ ਇਹ ਸਮਝ ਲੈਂਦੇ ਯਾਰ, ਇਹ ਤਾਂ ਇੰਨਾ ਕੁ ਬੋਲੀ ਜਾਂਦੇ, ਇਹਦੇ ਨਾਲ ਕੀ ਹੁੰਦਾ। ਪਰ ਤੁਹਾਨੂੰ ਇਹ ਨਹੀਂ, ਕਈ ਵਾਰੀ ਬੰਦਾ ਇਹ ਸਮਝਣ ਤੋਂ ਸਮਰਥ ਹੁੰਦਾ ਕਿ ਜਿਹੜੀ ਇਹ ਲਗਾਤਾਰ ਨਫ਼ਰਤ ਬੀਜੀ ਜਾ ਰਹੀ ਹੈ, ਇੰਜੈਕਟ ਕੀਤੀ ਜਾ ਰਹੀ ਹੈ, ਇਹ ਬਾਅਦ ਚ ਪਤਾ ਲੱਗਦਾ ਕਿਵੇਂ ਹੋ ਜੂਗੀ, ਪਤਾ ਨਹੀਂ ਹੁੰਦਾ। ਪਤਾ ਨਹੀਂ, ਇਹ ਆਪਣੇ ਸਾਹਮਣੇ ਆ। ਹਾਂਜੀ, ਆਪਣੇ ਸਾਹਮਣੇ। ਇਹ ਹੁਣ ਤੇ ਰਵਿੰਦਰ ਮੱਲੀ ਹੁਣਾਂ ਦਾ ਕੇਸ ਆਪਣੇ ਸਾਹਮਣੇ ਆ। ਰਜਿੰਦਰ ਨੇ ਜੋ ਉਹਨਾਂ ਦੇ ਸੋ ਕਾਲਡ ਮਿੱਤਰ, ਹੁਣ ਮਿੱਤਰ ਤਾਂ ਨਹੀਂ ਕਹਿ ਸਕਦੇ, ਕਿਸੇ ਨੇ ਮਾਰ ਹੀ ਦਿੱਤਾ, ਮਿੱਤਰ ਕਿੱਦਾਂ ਹੋ ਸਕਦਾ? ਵੀ ਮਤਲਬ ਵੀ ਉਹਨੇ ਉਹ ਕੰਮ ਕੀਤਾ ਤੇ ਉਹਦੀ ਵਾਈਫ ਵੀ ਉਹਦਾ ਸਾਥ ਜਿਹੜਾ ਉਸ ਚੀਜ਼ ਦੇ ਵਿੱਚ ਦੇ ਰਹੀ ਆ। ਭਾਈ ਇੱਥੇ ਜਸਟਿਸ ਹੋਣਾ ਆ। ਇੱਥੇ ਫਿਰ ਵੀ ਪੁਲਿਸ ਦੇ ਪੈਰ ਆ, ਉਹਦੇ ਦੰਦ ਨੇ, ਤੇ ਉਹਦਾ ਤੁਹਾਨੂੰ ਜਿਹੜਾ ਇਹ ਆਪਣੇ ਜਿਹੜੇ ਕਿਤੇ ਕੰਮਾਂ ਦਾ ਤੁਹਾਨੂੰ ਖਾਮਿਆਜ਼ਾ ਭੁਗਤਣਾ ਹੀ ਜਿਹੜਾ ਪੈਣਾ ਆ। ਬਾਕੀ ਆਪਸੀ ਦੇ ਵਿੱਚ ਜਿਹੜੀ ਇਹ ਗੱਲ ਆ ਨਾ, ਲੋਕਾਂ ਦਾ ਕੋਈ ਬਹੁਤਾ ਨਹੀਂ, ਇਦਾਂ ਦਾ ਕੋਈ ਮਸਲਾ ਨਹੀਂ ਹੈ। ਬਹੁਤੇ ਲੋਕ ਉਸ ਪਾਸੇ ਵੱਲ ਨੂੰ, ਪਰ ਉਹ ਪ੍ਰੋਪੇਗੈਂਡੇ ਦਾ ਐਡਾ ਸ਼ਿਕਾਰ ਹੋਏ ਪਏ ਆ। ਉਹਨਾਂ ਨੂੰ ਕਲੈਰਿਟੀ ਜਿਹੜੀ ਹੋਣ ਦੀ ਜਿਹੜੀ ਉਹ ਜ਼ਰੂਰਤ ਆ। ਤਾਂ ਸਾਰੇ ਜਾਣੇ ਉਹ ਅੱਧੇ ਤਾਂ ਜਿਹੜੇ ਉਹਨਾਂ ਦੇ ਵਿੱਚੋਂ ਸਿੱਧੇ ਹੋ ਗਏ ਹੋਣੇ, ਜਦੋਂ ਉਹਨਾਂ ਨੂੰ ਪਤਾ ਵੀ ਇੰਨੇ ਨੂੰ ਡਿਪੋਰਟ ਹੋ ਜਾਣਾ। ਤਕਰੀਬਨ 20 ਦੇ ਤਕਰੀਬਨ ਜਿਹੜੀਆਂ ਗ੍ਰਿਫਤਾਰੀਆਂ ਉੱਥੇ ਹੋ ਚੁੱਕੀਆਂ। ਇਹ ਸਾਰੇ ਜਿਹੜੇ ਉਸ ਮਸਲੇ ਤੋਂ ਜਿਹੜਾ ਉਹ ਬਾਅਦ ਦੇ ਵਿੱਚ ਜੀ। ਸੋ ਜਿਹੜੀ ਸਾਂਝੀਵਾਲਤਾ ਦਾ ਸੁਨੇਹਾ ਆਪਾਂ ਤਾਂ ਤੁਹਾਨੂੰ ਸਾਰਿਆਂ ਨੂੰ ਉਹੀ ਦਿੰਦੇ ਆ, ਪੋਲੀਟੀਕਲ ਏਜੰਡੇ ਦਾ ਸ਼ਿਕਾਰ ਨਾ ਹੋਵੋ। ਇੱਧਰ ਸਾਰਿਆਂ ਨੂੰ ਹੱਕ ਆਪਣੀ ਗੱਲ ਰੱਖਣ ਦਾ, ਆਪਣੀ ਗੱਲ ਕਹਿਣ ਦਾ, ਔਰ ਕਿਸੇ ਨੂੰ ਵੀ ਵਿਚਾਰ ਦੇ ਆਧਾਰ ਤੇ ਜਾਂ ਉਹਦੇ ਧਰਮ ਦੇ ਆਧਾਰ ਤੇ ਟੀਜ਼ ਕਰਨਾ, ਉਹਦਾ ਮਖੌਲ ਉਡਾਉਣਾ, ਇਹ ਛੱਡੋ। ਇਹ ਇੱਧਰ ਸਾਰੇ ਆਪਣੇ ਕੰਮ ਆਉਂਦੇ ਜਦੋਂ ਕਿਤੇ ਵਕਤ ਪੈਂਦਾ। ਉਹਨਾਂ ਦੇ ਵਿੱਚ ਲੋਕਾਂ ਨੇ ਸਬਕ ਸਿੱਖਿਆ। ਜਿਹੜੇ ਮੁਸਲਮਾਨਾਂ ਨੂੰ ਭਾਰਤ ਦੇ ਵਿੱਚ ਲੋਕ ਕਹਿੰਦੇ ਸੀ ਨੇ ਇਹਨਾਂ ਨੂੰ ਐਂ ਕਰਾਂਗੇ, ਬਾਅਦ ਚ ਉਹਨਾਂ ਮੁਸਲਮਾਨਾਂ ਨੇ ਹਿੰਦੂ ਬੰਦੇ ਦੇ ਸੰਸਕਾਰ ਕੀਤੇ ਆ। ਖਬਰਾਂ ਤੁਹਾਨੂੰ ਅੱਜ ਵੀ ਮਿਲ ਜਾਣਗੀਆਂ। ਫਿਰ ਲੋਕਾਂ ਨੂੰ ਅਹਿਸਾਸ ਹੋਇਆ ਕਿ ਪਤਾ ਨਹੀਂ ਅਮਿਤ ਸ਼ਾਹ ਨੇ ਕਿੱਦੇ ਆਪਣੇ ਘਰੇ ਆਉਣਾ ਵੀ ਕਿ ਨਹੀਂ ਵੀ ਆਉਣਾ, ਪਰ ਜਿਹੜਾ ਗਵਾਂਢ ਆਉਣੇ ਹਰ ਟਾਈਮ ਆਪਣੇ ਦੁੱਖ ਸੁੱਖ ਦੇ ਵਿੱਚ ਕੰਮ ਆਉਣਾ। ਬਿਲਕੁਲ। ਕੈਨੇਡਾ ਤੋਂ ਇਹ ਵੀ ਰਿਪੋਰਟ ਆ ਰਹੀ ਆ ਪ੍ਰਵੀਨ ਜੀ ਵੀ ਬਰੈਂਪਟਨ ਸਿਟੀ ਕੌਂਸਲ ਨੇ ਧਾਰਮਿਕ ਸਥਾਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦੇ ਉੱਤੇ ਰੋਕ ਲਾਉਣ ਵਾਲਾ ਮਤਾ ਪਾਸ ਕਰਤਾ ਹੈ। ਹਾਂਜੀ, ਕਈ ਹੋਰ ਸਿਟੀਜ਼ ਨੇ ਵੀ ਕੀਤਾ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਵਾਪਰ ਰਹੀਆਂ ਆ। ਸੋ ਇਹ ਜਿਹੜਾ ਕਦਮ ਜਿਹੜਾ ਉਹ ਉੱਥੇ ਉਹਨਾਂ ਨੇ ਹੁਣ ਚੱਕਿਆ ਆ। ਮਸਲਾ ਜਿਸ ਤਰੀਕੇ ਦੇ ਨਾਲ ਵਾਪਰਿਆ ਤੇ ਜਿਸ ਤਰੀਕੇ ਨਾਲ ਅੱਗੇ ਵਧਿਆ, ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਪਲੇਸ ਆਫ ਵਰਸ਼ਿਪ ਦੇ ਬਾਹਰ ਪ੍ਰੋਟੈਸਟ ਦੇ ਨਾਲ ਡਿਸਟਰਪਸ਼ਨਸ ਤੋਂ ਜਿਹੜੀ ਆ ਉਹ ਕਹਿੰਦੇ ਵੀ ਇਹ ਚੀਜ਼ ਨਹੀਂ ਹੋਣੀ ਜਿਹੜੀ ਉਹ ਚਾਹੀਦੀ। ਸੋ ਵਾਗਨ ਦੇ ਵਿੱਚ ਪਹਿਲਾਂ ਇਹ ਹੋਇਆ ਸੀਗਾ ਤੇ ਹੁਣ ਇਹ ਬਰੈਂਪਟਨ ਦੇ ਵਿੱਚ ਵੀ ਜਿਹੜਾ ਉੱਥੋਂ ਦੀ ਸਿਟੀ ਕੌਂਸਲ ਨੇ ਸਰਬਸੰਮਤੀ ਦੇ ਨਾਲ ਉਸ ਨੂੰ ਪਾਸ ਕਰ ਦਿੱਤਾ ਹੈਗਾ। ਹੁਣ ਲਵਾਂਗੇ ਬ੍ਰੇਕ। ਬਿਲਕੁਲ ਜੀ, ਤੇ ਉਸ ਤੋਂ ਬਾਅਦ ਕਈ ਹੋਰ ਅਹਿਮ ਖਬਰਾਂ ਲੈ ਕੇ ਚਰਚਾ ਕਰਾਂਗੇ।
Esto es chamarras para... ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਗਲੀ ਜਿਹੜੀ ਪ੍ਰਵੀਨ ਜੀ ਖਬਰ ਜਿਹੜੀ ਉਹ ਕਰਦੇ ਆ, ਵਰਲਡ ਬੈਂਕ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਟਾਈਮ ਸਿੱਖ ਚਿਹਰਾ ਜਿਹੜੇ ਨੇ ਅਜੇ ਬੰਗਾ, ਉਹਨਾਂ ਨੂੰ ਜਿਹੜੇ ਟਾਈਮ ਦੇ ਜਿਹੜੇ 100 ਇਨਫਲੂਐਂਸ਼ੀਅਲ ਲੀਡਰਸ ਆ ਉਸ ਦੇ ਵਿੱਚ ਜਗ੍ਹਾ ਜਿਹੜੀ ਉਹ ਦਿੱਤੀ ਗਈ ਹੈ ਵਰਲਡ ਲੈਵਲ ਦੇ ਉੱਤੇ। ਦੁਨੀਆ ਭਰ ਦੇ ਵਿੱਚ ਜਿਹੜੇ ਟੌਪ ਦੇ 100 ਜਿਹੜੇ ਲੀਡਰ ਆ ਉਸ ਦੇ ਵਿੱਚ ਜਿਹੜੀ ਉਹ ਜਗ੍ਹਾ ਦਿੱਤੀ ਗਈ ਆ। ਸੋ ਇਨਫਲੂਐਂਸ਼ੀਅਲ ਜਿੱਦਾਂ ਉਹ ਕਹਿ ਸਕਦੇ ਆ, ਕਹਿੰਦੇ ਵੀ ਇਹ ਪ੍ਰੈਜ਼ੀਡੈਂਟ ਨੇ ਇਸ ਟਾਈਮ ਵਰਲਡ ਬੈਂਕ ਦੇ ਇੱਕ ਟਾਈਮ ਦੇ ਉੱਤੇ ਵੀਜ਼ਾ ਮਾਸਟਰ ਕਾਰਡ ਦੇ ਵੀ ਜਿਹੜੇ ਉਹ ਪ੍ਰਮੁੱਖ ਜਿਹੜੇ ਉਹ ਰਹੇ ਨੇ, ਤੇ ਹੁਣ ਵਰਲਡ ਬੈਂਕ ਦੇ ਦੁਆਰਾ ਇਹਨਾਂ ਨੂੰ ਜਿਹੜਾ ਪਿਛਲੇ ਸਾਲ ਜਿਹੜਾ ਇਸ ਦੇ ਵਿੱਚ ਨਿਯੁਕਤ ਕੀਤਾ ਗਿਆ ਸੀਗਾ, ਇਸੇ ਸਾਲ ਜਾਂ ਪਿਛਲੇ ਸਾਲ ਦੇ ਵਿੱਚ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ। ਅਮਰੀਕਾ ਬੇਸਿਕਲੀ ਉਹਨਾਂ ਦੇ ਦੁਆਰਾ ਜਿਹੜਾ ਇਹਨਾਂ ਨੂੰ ਉੱਥੇ ਲਾਇਆ ਗਿਆ ਸੀਗਾ। ਸੋ ਇੱਕ ਕਹਿ ਸਕਦੇ ਹਾਂ ਵੀ ਓਵਰਆਲ ਦੁਨੀਆ ਵਿੱਚ ਜਿਹੜੇ ਸਿੱਖਾਂ ਦੇ ਲਈ ਬੜੀ ਮਾਣ ਵਾਲੀ ਗੱਲ ਵੀ 100 ਜਿਹੜੇ ਟੌਪ ਦੇ ਲੀਡਰਸ ਦੇ ਵਿੱਚ ਟਾਈਮ ਮੈਗਜ਼ੀਨ ਦੇ ਦੁਆਰਾ ਜਿਹੜੇ ਟੌਪ ਦੇ 100 ਲੀਡਰ ਜਿਹੜੇ ਕੱਢੇ ਜਾਂਦੇ, ਇੱਕ ਵੱਡਾ ਲਿਸਟ ਹੁੰਦੀ ਆ, ਉਸ ਦੇ ਵਿੱਚ ਜਿਹੜੀ ਜਗ੍ਹਾ ਬਣਾਉਣੀ ਇੱਕ ਖਾਲਾ ਜੀ ਦਾ ਵਾੜਾ ਨਹੀਂ ਜਿਹਨੂੰ ਕਹਿੰਦੇ ਆ। ਸੋ ਇਹ ਵਧਾਈ ਦੇ ਪਾਤਰ ਨੇ ਤੇ ਵਧੀਆ ਕੰਮ ਜਿਹੜਾ ਇਸ ਟਾਈਮ ਕਹਿੰਦੇ ਵੀ ਉਹ ਕਰ ਰਹੇ ਨੇ। ਸੋਸ਼ਲ ਮੀਡੀਆ ਤੇ ਵੀ ਚਰਚਾ ਰਾਜਕਰਨਵੀਰ ਸਿੰਘ ਜੀ ਵੀ ਭਾਰਤੀ ਮੀਡੀਆ ਨੇ ਤਾਂ ਕੀ ਇਹਦੀ ਜਿਹੜੀ ਚਰਚਾ ਕਰਨੀ ਸੀ, ਪੰਜਾਬੀ ਦਾ ਵੀ ਬਹੁਤ ਵੱਡਾ ਮੀਡੀਆ ਜਿਹੜਾ ਇਸ ਖਬਰ ਤੋਂ ਹਲੇ ਕਿਨਾਰਾ ਕਰ ਗਿਆ। ਹਾਂਜੀ, ਕਿਨਾਰਾ, ਜਾਂ ਕਹਿ ਲਓ ਕਿ ਉਹਦੇ ਚ ਖਾਸ ਕੋਈ ਚਰਚਾ ਨਹੀਂ, ਜਦਕਿ ਚਰਚਾ ਹੋਣ ਵਾਲੀ ਖਬਰ ਸੀ। ਸੋਸ਼ਲ ਮੀਡੀਆ ਤੇ ਜ਼ਰੂਰ ਸਕਾਰਾਤਮਕ ਰੂਪ ਦੇ ਵਿੱਚ ਚਰਚਾ ਹੋਈ ਆ। ਮੈਨੂੰ ਨਵਜੋਤ ਸਿੱਧੂ ਦਾ ਇੱਕ ਡਾਇਲੋਗ ਯਾਦ ਆ ਗਿਆ, ਉਹ ਕਹਿੰਦੇ ਸਰਦਾਰ ਅਸਰਦਾਰ। ਉਹਨਾਂ ਨੇ ਨਾ ਇਹ ਗੱਲ ਕਹੀ ਸੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਸੰਦਰਭ ਦੇ ਵਿੱਚ, ਤੇ ਉਹ ਕਿਉਂਕਿ ਬੀਜੇਪੀ ਦੇ ਵਿੱਚ ਸੀਗੇ ਉਦੋਂ ਮਖੌਲ ਉਡਾਉਂਦੇ ਰਹੇ, ਪਰ ਜਦੋਂ ਕਾਂਗਰਸ ਜੁਆਇਨ ਕਰ ਲਈ ਫਿਰ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਮਹਿਮਾ ਮੰਡਣ ਵੀ ਕਰਨਾ ਪੈਂਦਾ, ਤੇ ਉਦੋਂ ਉਹਨਾਂ ਨੇ ਕੀਤਾ। ਤੇ ਪਰ ਅਸਲ ਦੇ ਵਿੱਚ ਜੇ ਉਹਨਾਂ ਦੀ ਗੱਲ ਚੱਲੀ ਹੋਈ ਹੈ ਡਾਕਟਰ ਮਨਮੋਹਨ ਸਿੰਘ ਜੀ ਦੀ, ਤਾਂ ਮੋਦੀ ਨੇ ਵੀ ਇੱਕ ਵਾਰੀ ਮੰਨਿਆ ਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਸੀ ਜਾਂ ਉਹਨਾਂ ਦੇ ਕਰਕੇ, ਮਤਲਬ ਇੱਕ ਪਾਸੇ ਮੋਦੀ ਡੈਮੋਕ੍ਰੇਸੀ ਦਾ ਘਾਣ ਕਰ ਰਿਹਾ ਸੀ, ਦੂਜੇ ਪਾਸੇ ਕਹਿੰਦਾ ਸੀਗਾ ਕਿ ਡਾਕਟਰ ਮਨਮੋਹਨ ਸਿੰਘ ਇੰਨੀ ਉਮਰ ਦੇ ਬਾਵਜੂਦ ਰਾਜ ਸਭਾ ਦੇ ਵਿੱਚ ਵੋਟ ਪਾਉਣ ਆਏ ਤੇ ਉਹਨਾਂ ਨੇ ਲੋਕਤੰਤਰ ਬਚਾਉਣ ਦੀ ਗੱਲ ਕੀਤੀ। ਪਰ ਜਦੋਂ ਆਪਾਂ ਕਿਸੇ ਦੇ ਕਿਰਦਾਰ ਦੀ ਗੱਲ ਕਰਦੇ ਹੋ ਨਾ, ਤੇ ਆਪਾਂ ਨੂੰ ਇਹ ਵੀ ਸਮਝਣਾ ਚਾਹੀਦਾ ਕਿ ਆਪਾਂ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਕਰੀਏ, ਜੋ ਇਹੋ ਜਿਹੀ ਮਿਸਾਲ ਵੀ ਜਿਹੜੀ ਸਥਾਪਿਤ ਕਰੀਏ। ਸੋ ਬਿਲਕੁਲ ਜਿਵੇਂ ਤੁਸੀਂ ਕਿਹਾ, ਦੁਨੀਆ ਭਰ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਹੈ, ਤੇ ਟਾਈਮ ਮੈਗਜ਼ੀਨ ਉਹ ਆ ਜਿਹਦੇ ਤੇ ਸਾਡੀਆਂ ਬੀਬੀਆਂ ਵੀ ਇੱਕ ਵਾਰੀ ਛਾ ਚੁੱਕੀਆਂ ਨੇ ਕਿਸਾਨੀ ਅੰਦੋਲਨ ਦੇ ਦਰਮਿਆਨ। ਬਿਲਕੁਲ ਉਦੋਂ ਵੀ ਪੰਜਾਬਣ ਬੀਬੀਆਂ ਦੀ ਜਿਹੜੀ ਤਸਵੀਰ ਆ ਜਦੋਜਹਿਦ ਕਰਦੀਆਂ ਦੀ, ਸੰਘਰਸ਼ ਕਰਦੀਆਂ ਦੀ, ਉਹਨਾਂ ਦੀ ਛਪੀ ਸੀ ਟਾਈਮ ਮੈਗਜ਼ੀਨ ਦੇ ਵਿੱਚ, ਤੇ ਉਹਨਾਂ ਦੇ ਸਿਦਕ ਦੀ ਗੱਲ, ਉਹਨਾਂ ਦੇ ਸ੍ਰਿੜ ਦੀ ਗੱਲ, ਉਹਨਾਂ ਦੇ ਹੌਸਲੇ ਦੀ ਗੱਲ ਜਿਹੜੀ ਆ ਉਹ ਚੱਲੀ ਸੀਗੀ। ਤੇ ਉਦੋਂ ਜਦੋਂ ਇਸ ਤਰ੍ਹਾਂ ਦੀ ਕੋਈ ਰੂਪ ਛਪਦੀ ਹੈ ਸੰਕੇਤਕ ਰੂਪ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ, ਤਾਂ ਉਹ ਫਿਰ ਸਾਡੇ ਲਈ ਫਖਰ ਵਾਲੀ ਗੱਲ ਹੈ, ਕਿਉਂਕਿ ਦੁਨੀਆ ਫਿਰ ਸਾਡੀ ਤਹਿਜ਼ੀਬ, ਸਾਡੀ ਲਿਆਕਤ ਪਤਾ ਕਰਦੇ ਆ ਵੀ ਕੌਣ ਨੇ ਬੰਦੇ, ਕੌਣ ਨੇ ਬੰਦਾ। ਸੋ ਆਇਡੈਂਟੀਟੀ ਦਾ ਵੀ ਜਿਹੜਾ ਮੁੱਦਾ ਰਹਿੰਦਾ ਆ, ਉਹ ਵੀ ਜਦੋਂ ਪੱਗ ਬੰਨ ਕੇ ਬੰਦਾ ਕੋਈ ਮੋਹਰੇ ਚੰਗੇ ਕੰਮ ਕਰਦਾ ਹੈ ਤੇ ਉਹ ਹੁੰਦਾ ਆ। ਮਾੜੇ ਕੰਮਾਂ ਦੇ ਵਿੱਚ ਤਾਂ ਆਪਾਂ ਨੂੰ ਵੀ ਪਤਾ ਵੀ ਉਹ ਤਾਂ ਸ਼ੇਅਰ ਬਹੁਤ ਕਰਦੇ ਆ, ਪਰ ਇਦਾਂ ਦੀਆਂ ਚੀਜ਼ਾਂ ਨੂੰ ਵੀ ਜਿਹੜਾ ਜ਼ਰੂਰ ਅੱਗੇ ਤੋਂ ਅੱਗੇ ਜਿਹੜਾ ਉਹ ਪੇਸ਼ ਜਿਹੜਾ ਉਹ ਕਰਨਾ ਚਾਹੀਦਾ ਆ। ਸੋ ਇਹ ਹੋ ਸਕਦਾ ਵੀ ਇੰਡੀਆ ਵਾਲਿਆਂ ਨੇ ਤਾਂ ਨਹੀਂ ਕੀਤਾ ਹੋਣਾ, ਵਰਲਡ ਬੈਂਕ ਨੇ ਕੋਈ ਦਿੱਤਾ ਨਹੀਂ ਹੋਣਾ ਲੋਨ ਵਗੈਰਾ, ਉਹ ਕਹਿੰਦੇ ਨੇ ਵੀ ਅਜੇ ਮੰਗਾ ਦੀ ਆਪਾਂ ਨਹੀਂ ਜਿਹੜਾ ਉਹ ਇਹਨਾਂ ਨੂੰ ਪ੍ਰੋਪੇਗੈਂਡਾ ਤੇ ਵੇਲ ਨਹੀਂ ਮਿਲਦੀ। ਹਾਂਜੀ, ਉਹ ਸਕਾਰਾਤਮਕਤਾ ਕਿੱਥੇ ਫਲਾ ਕੇ ਰਾਜੀ। ਹਾਂਜੀ, ਉਹ ਫਿਰ ਐਵੇਂ ਪੋਜ਼ਿਟਿਵਿਟੀ ਨਹੀਂ ਨਾ ਫਲਾ ਲੈਣੀ। ਲੋਕ ਕਿਤੇ ਉਹਨਾਂ ਨੂੰ ਪੜ੍ਹਨ ਦੀ ਇੱਛਾ ਨਾ ਜਾਗ ਜਾਵੇ,
ਉਹਨਾਂ ਨੂੰ ਉਹ ਚਾਹੀਦੇ ਆ ਵੀ ਉਦਾਂ ਦੇ ਹੀ ਆਪਣੇ ਮਗਰ ਜਿਹੜੇ ਉਹਨਾਂ ਨੇ ਲਾ ਕੇ ਹਾਂਜੀ, ਰੱਖਣੇ ਪਰ ਆ। ਅਸਲ ਦੇ ਵਿੱਚ ਜਦੋਂ ਆਪਾਂ ਕਿਰਦਾਰ ਦੀ ਗੱਲ ਕਰਦੇ ਹਾਂ ਨਾ, ਹੂੰ, ਰਾਜਾ ਹੂੰ, ਰਣਜੀਤ ਹੂੰ। ਸਿੰਘ ਜੀ ਸਿਆਣੇ ਕਹਿੰਦੇ ਵੀ ਜਿਹੜਾ ਜਿਹਦੀ ਉਦਾਹਰਨ ਦਿੱਤੀ ਜਾਵੇ ਆਪਦੇ ਬੱਚਿਆਂ ਨੂੰ ਕਿ ਆਹ ਬੰਦੇ ਵਰਗੇ ਬਣੋ, ਉਸ ਹੂੰ, ਤੋਂ ਹੂੰ। ਸ਼ਾਨਦਾਰ ਕਿਰਦਾਰ ਨਹੀਂ ਹੋ ਸਕਦਾ। ਬਹੁਤ ਲੋਕ ਅੱਜ ਕਹਿ ਰਹੇ ਨੇ ਕਿ ਅਜੇ ਬੰਗਾ ਵਾਂਗੂ ਲੋਕਾਂ ਨੂੰ ਅਚੀਵਮੈਂਟ ਕਰਨੇ ਚਾਹੀਦੇ। ਜੀ ਬਿਲਕੁਲ। ਸੋ ਇਸ ਤੋਂ ਵੱਡੀ ਕੋਈ ਮੇਰੇ ਖਿਆਲ 'ਚ ਮਿਸਾਲ ਆ ਦੇਣੀ ਔਖੀ ਹੈ। ਔਖੀ ਹੈ। ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰਦੇ ਆ, ਜਿਹੜੇ ਸੈਨੇਟ ਤੇ ਜਿਹੜੀ ਇੱਕ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਰਿਪਬਲਿਕਨਸ ਨੇ ਹਾਂਜੀ ਹਾਊਸ ਦੇ ਵਿੱਚ ਵੀ ਮੈਜੋਰਟੀ ਹਾਸਲ ਕਰ ਲਈ ਆ। 218 ਸੀਟਾਂ ਦੀ ਦਰਕਾਰ ਸੀ, ਉਹਨਾਂ ਦੀ ਇਸ ਟਾਈਮ 218 ਸੀਟਾਂ ਹੋ ਚੁੱਕੀਆਂ ਨੇ। ਸੋ ਇਹ ਹੁਣ ਜਿੱਦਾਂ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਸੀਗਾ, ਹਾਊਸ, ਸੈਨੇਟ ਤੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਆ, ਉਹ ਤਿੰਨੇ ਜਿਹੜੀਆਂ ਬ੍ਰਾਂਚਾਂ ਆ ਸਰਕਾਰ ਦੀਆਂ, ਉਹਦੇ ਵਿੱਚ ਰਿਪਬਲਿਕਨਸ ਇਸ ਟਾਈਮ ਬਹੁਮਤ ਦੇ ਵਿੱਚ ਆ ਚੁੱਕੇ ਨੇ। ਸਭ ਤੋਂ ਵੱਡਾ ਜਿਹੜਾ ਉਲਟਫੇਰ ਆਪਾਂ ਜਿਹੜਾ ਸੈਨੇਟ ਦੇ ਵਿੱਚ ਦੇਖਿਆ, ਜਿੱਥੇ 4 ਸੀਟਾਂ ਇਹਨਾਂ ਨੇ ਫਲਿੱਪ ਕੀਤੀਆਂ, ਡੈਮੋਕ੍ਰੇਟਸ ਨੂੰ ਜਿਹੜੀਆਂ 4 ਸੀਟਾਂ ਹਰਾ ਕੇ 4 ਗੇਨ ਕਰਕੇ ਰਿਪਬਲਿਕਨਸ ਜਿਹੜੇ ਉਹ 53 ਦੇ ਉੱਤੇ ਜਿਹੜੇ ਉੱਥੇ ਪਹੁੰਚ ਗਏ ਸੀਗੇ। ਇਸ ਮੌਕੇ ਰਿਪਬਲਿਕਨਸ ਤੇ ਡੈਮੋਕ੍ਰੇਟਸ ਇਹਨਾਂ ਦੋਨਾਂ ਨੇ ਜਿਹੜੀਆਂ 6-6 7-7 ਸੀਟਾਂ ਫਲਿੱਪ ਕੀਤੀਆਂ ਇੱਕ ਦੂਜੇ ਦੀਆਂ। ਸੋ ਨੈਟ ਜਿਹੜਾ ਉਹ 0 ਦੇ ਉੱਤੇ ਰਹੇ ਆ। 218 ਇਸ ਮੌਕੇ ਰਿਪਬਲਿਕਨਸ ਤੇ 209 ਡੈਮੋਕ੍ਰੇਟਸ। ਅਜੇ ਵੀ ਕੁਝ ਅਜਿਹੇ ਹੈਗੇ ਨੇ ਜਿਨ੍ਹਾਂ ਨੂੰ ਐਲਾਨਿਆ ਨਹੀਂ ਗਿਆ ਹੈਗਾ। ਇਹਨਾਂ ਦੇ ਵਿੱਚ ਕੈਲੀਫੋਰਨੀਆ ਦੀਆਂ 2-3 ਸੀਟਸ ਨੇ ਜਿਨ੍ਹਾਂ ਦੇ ਫੈਸਲੇ ਆਉਣੇ ਬਾਕੀ ਆ। ਕੈਲੀਫੋਰਨੀਆ ਦੀ ਜਿਹੜੀ 21st ਡਿਸਟ੍ਰਿਕਟ ਆ, ਜਿੱਥੇ ਜਿਮ ਕੋਸਟਾ ਤੇ ਮਾਈਕਲ ਮੇਅਰ ਦੀ ਜਿਹੜੀ ਲੜਾਈ ਆ, ਉਹ ਅਜੇ ਕਾਲ ਨਹੀਂ ਕੀਤੀ ਗਈ। 83.5% ਵੋਟ ਕਾਊਂਟ ਹੋਈ ਆ ਤੇ ਜਿਮ ਕੋਸਟਾ ਉਸ ਦੇ ਨਾਲੋਂ ਤਕਰੀਬਨ 5000 ਵੋਟ ਦੇ ਫਰਕ ਦੇ ਨਾਲ ਅੱਗੇ ਚੱਲ ਰਿਹਾ ਆ। ਕੈਲੀਫੋਰਨੀਆ ਦੀ ਜਿਹੜੀ 13ਵੀਂ ਡਿਸਟ੍ਰਿਕਟ ਆ, ਉਸ ਦੇ ਵਿੱਚ ਜੌਨ ਡੁਆਰਟੇ ਤੇ ਐਡਮ ਗ੍ਰੇ ਆ। ਜੌਨ ਡੁਆਰਟੇ ਰਿਪਬਲਿਕਨ ਪਾਰਟੀ ਵੱਲੋਂ ਆ ਤੇ ਉਹ ਤਕਰੀਬਨ 1800 ਵੋਟ ਦੇ ਨਾਲ ਮਹਿਜ ਜਿਹੜਾ ਉਹ ਅੱਗੇ ਚੱਲ ਰਿਹਾ। ਇੱਥੇ ਵੀ 84% ਵੋਟ ਕਾਊਂਟ ਹੋਈ ਆ। ਕੈਲੀਫੋਰਨੀਆ ਦੀ ਜਿਹੜੀ 9th ਡਿਸਟ੍ਰਿਕਟ ਆ, ਉੱਥੇ ਜਿਹੜੇ ਜੋਸ਼ ਹਾਰਡਰ ਆ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਨੇ ਰਿਪਬਲਿਕਨ ਪਾਰਟੀ ਦੇ ਜਿਹੜੇ ਕੈਵਿਨ ਲਿੰਕਨ ਆ, ਉਹਨਾਂ ਤੋਂ ਜਿਹੜੀ बढ़त ਬਣਾ ਕੇ ਰੱਖੀ ਹੈਗੀ ਆ। ਤਕਰੀਬਨ 9000 ਵੋਟ ਦੇ ਨਾਲ ਉਹ ਅੱਗੇ ਆ। ਇੱਥੇ ਥੋੜਾ ਮਾਰਜਨ ਇਹਨਾਂ ਦਾ ਜ਼ਿਆਦਾ ਜਿਹੜਾ ਉਹ ਕਹਿ ਸਕਦੇ ਆ ਵੀ ਉਹ ਹੈਗਾ ਆ। ਇੱਕ ਜਿਹੜੀ ਕੈਲੀਫੋਰਨੀਆ ਦੀ 27ਵੀਂ ਡਿਸਟ੍ਰਿਕਟ ਆ, ਉਹ ਡੈਮੋਕ੍ਰੇਟਸ ਦੇ ਹੱਕ ਦੇ ਵਿੱਚ ਐਲਾਨ ਦਿੱਤੀ ਗਈ ਹੈਗੀ ਆ। ਜਾਰਜ ਵਾਈਟ ਸਾਈਡਸ, ਉਹਨਾਂ ਨੇ ਮਾਈਕ ਗਾਰਸੀਆ ਨੂੰ ਇੱਥੋਂ ਜਿਹੜਾ ਉਹ ਹਰਾਇਆ। 95% ਇੱਥੇ ਵੋਟ ਜਿਹੜੀ ਆ ਉਹ ਕਾਊਂਟ ਹੋ ਚੁੱਕੀ ਹੈਗੀ ਆ। ਸੋ ਇਸੇ ਤਰੀਕੇ ਨਾਲ ਆਪਾਂ ਦੇਖ ਰਹੇ ਆ ਵੀ ਇਹ ਜਿਹੜੀਆਂ ਕੁਝ ਸੀਟਸ ਹੀ ਜਿਹੜੀਆਂ ਰਹਿ ਗਈਆਂ ਆ, ਪਰ ਰਿਪਬਲਿਕਨਸ ਮੈਜੋਰਟੀ ਜਿਹੜੀ ਉਹ ਹਾਸਿਲ ਕਰ ਗਏ ਆ। ਸੋ ਸਪੀਕਰ ਵੀ ਇਹਨਾਂ ਦਾ ਹੋਊਗਾ। ਹਾਊਸ ਦੇ ਜਿਹੜੇ ਮੈਜੋਰਟੀ ਲੀਡਰ ਆ ਉਹ ਵੀ ਰਿਪਬਲਿਕਨ ਪਾਰਟੀ ਦੇ, ਜਿਹੜੇ ਸੈਨੇਟਰ ਥਿਊਨ ਆ ਉਹਨਾਂ ਨੂੰ ਬਣਾਇਆ ਗਿਆ ਤੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਹੋਣਗੇ, ਜੋ ਕਿ ਆਪਣੀਆਂ ਨਾਮਜ਼ਦਗੀਆਂ ਆਪਾਂ ਜਿੱਦਾਂ ਦੱਸ ਰਹੇ ਆ ਵੀ ਨੋਮੀਨੇਸ਼ਨਸ ਆ ਉਹ ਕਰ ਰਹੇ ਹੈਗੇ ਨੇ। ਜੀ ਬਿਲਕੁਲ। ਅਗਲੀ ਜਿਹੜੀ ਕੌਮਾਂਤਰੀ ਖਬਰ ਇਸ ਟਾਈਮ ਦੀ ਖਾਸੀ ਚਰਚਿਤ ਖਬਰ ਆ, ਇਸ ਟਾਈਮ ਕੌਮਾਂਤਰੀ ਜਿਹੜਾ ਮੀਡੀਆ ਉਹਦੇ ਵਿੱਚ ਖਾਸੀ ਚਰਚਾ ਹੋ ਰਹੀ ਹੈ, ਉਹ ਇਹ ਹੈ ਕਿ ਜਿਹੜੇ ਰੂਸ ਦੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਿਨ ਤੇ ਜਰਮਨ ਚਾਂਸਲਰ ਨੇ ਓਲਫ ਸ਼ੋਲਜ਼, ਉਹਨਾਂ ਦੇ ਵਿਚਾਲੇ ਗੱਲਬਾਤ ਹੋਈ ਹੈ। ਪੂਰਾ 1 ਘੰਟਾ ਗੱਲਬਾਤ ਹੋਈ ਹੈ ਦੀ ਨਿਊਯਾਰਕ ਟਾਈਮਜ਼ ਦੇ ਦੱਸਣ ਦੇ ਮੁਤਾਬਕ। ਤੇ ਉਹਨਾਂ ਨੇ ਵਾਰ ਦੇ ਬਾਰੇ ਜਿਹੜੀ ਚਰਚਾ ਉਹ ਕੀਤੀ ਆ। ਜਿਹੜੇ ਮਿਸਟਰ ਸ਼ੋਲਜ਼ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 1000 ਦਿਨ ਹੋ ਗਿਆ ਰੂਸ ਨੂੰ ਜੰਗ ਲੜਦਿਆਂ, ਪਰ ਰੂਸ ਨੇ ਹਲੇ ਤੱਕ ਇਸ ਵਾਰ ਦੇ ਵਿੱਚ ਕੁਝ ਵੀ ਉਹ ਹਾਸਲ ਨਹੀਂ ਕੀਤਾ ਜਿਹੜੇ ਉਹਦੇ ਦਾਅਵੇ ਸੀਗੇ। ਤੇ ਇਸ ਕਰਕੇ ਹੁਣ ਸਮਾਂ ਆ ਗਿਆ ਕਿ ਇਸ ਜੰਗ ਨੂੰ ਰੋਕ ਦੇਣ ਬਾਰੇ ਜਾਂ ਇਹਦੇ ਐਂਡ ਬਾਰੇ ਜਿਹੜਾ ਰੂਸ ਆ ਉਹ ਜ਼ਰੂਰ ਵਿਚਾਰ ਕਰੇ। 2 ਸਾਲਾਂ ਦੇ ਵਿੱਚ, ਪਿਛਲੇ ਜਦੋਂ ਤੋਂ ਇਹ ਵਾਰ ਸ਼ੁਰੂ ਹੋਈ ਆ, ਪਿਛਲੇ 2022 ਤੋਂ, ਤਾਂ ਉਦੋਂ ਬਾਅਦ ਕਿਸੇ ਵੀ ਲੀਡਰ ਦੇ ਨਾਲ, ਖਾਸ ਕਰਕੇ ਜਰਮਨ ਦੇ ਨਾਲ ਜਾਂ ਹੋਰ ਯੂਰਪੀਅਨ ਯੂਨੀਅਨ ਦੇ ਕਿਸੇ ਤਕੜੇ ਲੀਡਰ ਦੇ ਨਾਲ ਪੁਤਿਨ ਦੀ ਇਹ ਪਹਿਲੀ ਵਾਰੀ ਜਿਹੜੀ ਗੱਲਬਾਤ ਉਹ ਹੋਈ ਆ। ਇਹਦੇ ਵੈਸਟ ਦੇ ਕਿਸੇ ਲੀਡਰ ਦੇ ਨੇ ਕਿਸੇ ਲੀਡਰ ਦੇ ਨਾਲ ਕਹਿ ਸਕਦੇ। ਬਿਲਕੁਲ ਜੀ ਬਿਲਕੁਲ। ਇਹ ਜਾ ਰਹੇ ਆ ਨਾ, ਇਹਨਾਂ ਦਾ ਵੀ ਸਰਕਾਰ ਟੁੱਟ ਗਈ ਆ ਹਾਂਜੀ। ਜਰਮਨੀ ਵਾਲਿਆਂ ਦੀ। ਉਹ ਕਹਿੰਦਾ ਹੁਣ ਜਾਂਦੇ ਜਾਂਦੇ ਪੁੱਛ ਕੇ ਦੇਖ ਲਈਏ। ਹਾਂ ਬਿਲਕੁਲ। ਜਰਮਨੀ ਅਸਲ ਦੇ ਵਿੱਚ ਯੂਰਪ ਤੋਂ ਸਭ ਤੋਂ ਵੱਧ ਤੇਲ ਲੈਣ ਵਾਲਾ ਜਿਹੜਾ ਇੱਕ ਮੁਲਕ ਆ, ਨੈਚੁਰਲ ਗੈਸ ਉਹਨਾਂ ਦੀ ਜਿਹੜੀ ਰੂਸ ਤੋਂ ਜਿਹੜਾ ਉਹ ਲੈਣ ਵਾਲਾ ਉਹ ਮੁਲਕ ਆ। ਤੇ ਸੋ ਉਹਨਾਂ ਦੀ ਜਦੋਂ ਰੂਸ ਤੋਂ ਤੇਲ ਦੀ ਪਾਬੰਦੀਆਂ ਲੱਗੀਆਂ ਸੀ ਤਾਂ ਉਹਨਾਂ ਨੂੰ ਖਾਸੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ। ਸੋ ਇੱਕ ਉਹਦੇ ਪਾਈਪਲਾਈਨ ਜਿਹੜੀ ਆ ਉਹ ਵੀ ਸਪੈਸ਼ਲ ਜਿਹੜੀ ਇਸ ਪਾਸੇ ਵੱਲ ਜਿਹੜੀ ਉਹ ਚੱਲਦੀ ਆ ਜੀ। ਬਿਲਕੁਲ। ਤੇ ਅਗਲੀ ਜਿਹੜੀ ਪ੍ਰਵੀਨ ਜੀ ਜਾਂਦੇ ਜਾਂਦੇ ਆਪਾਂ ਖਬਰ ਕਰ ਜੀਏ, ਇਨਫੋਵਾਰਡਸ ਦਾ ਜਿਹੜਾ ਮਾਲਕ ਐਲੈਕਸ ਜੋਨਸ, ਉਸ ਦੇ ਸਟੂਡੀਓ ਨੂੰ ਉਸ ਨੂੰ ਖਰੀਦ ਲਿਆ ਗਿਆ ਆ ਅਨੀਅਨ ਦੇ ਦੁਆਰਾ। ਅਨੀਅਨ ਇੱਕ
ਸਟੈਰਿਕਲ ਕਹਿ ਸਕਦੇ ਵੀ ਮੈਗਜ਼ੀਨ ਆ, ਅਖਬਾਰ ਆ, ਜੀ, ਜੀ। ਉਹ ਹਰ ਇੱਕ ਖਬਰ ਨੂੰ ਮਜ਼ਾਕ ਦੇ ਰੂਪ ਦੇ ਵਿੱਚ ਜਿਹੜਾ ਉਹ ਪੇਸ਼ ਕਰਦੇ ਆ। ਐਲੈਕਸ ਜੋਨਸ ਇਨਫੋਵਾਰ ਬਾਰੇ ਦੱਸ ਜਾਈਏ, ਉਹ ਬੰਦਾ ਆ ਜਿਹਨੇ ਜਿਹੜਾ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਜਦੋਂ ਕਤਲੋਗਾਰਤ ਹੋਈ ਸੀ ਉਸ ਨੂੰ ਨਕਾਰਿਆ ਸੀ। ਉਹਨੇ ਕਿਹਾ ਸੀਗਾ ਵੀ ਕੋਈ ਵੀ ਮਰਿਆ ਨਹੀਂ, ਇਹ ਸਾਰੇ ਐਕਟਰ ਨੇ ਤੇ ਸਰਾਸਰ ਜਿਹੜਾ ਉਹ ਝੂਠ ਬੋਲਿਆ ਜਾ ਰਿਹਾ ਸੀ। ਅੱਛਾ 1.2 ਜਾਂ 1.6 ਬਿਲੀਅਨ ਡਾਲਰ ਦੇਣ ਨੂੰ ਇਸ ਨੂੰ ਆਖਿਆ ਗਿਆ ਸੀਗਾ ਵੀ ਭਾਈ ਤੈਨੂੰ ਜਿਹੜੇ ਉਹਦੇ ਵਿਕਟਮਸ ਆ, ਪੀੜਤ ਪਰਿਵਾਰਾਂ ਨੂੰ ਦੇਣਾ ਪੈਣਾ ਆ। ਸੋ ਬੈਂਕਰਪਸੀ ਦਾ ਕੇਸ ਇਹਦਾ ਚੱਲ ਰਿਹਾ ਸੀਗਾ ਤੇ ਕੱਲ ਕਹਿੰਦੇ ਆ ਵੀ ਅਨੀਅਨ ਦੇ ਦੁਆਰਾ ਜਿਹੜੀ ਇਨਫੋਵਾਰਸ ਆ ਉਸ ਨੂੰ ਖਰੀਦ ਲਿਆ ਗਿਆ ਆ ਬੈਂਕਰਪਸੀ ਆਕਸ਼ਨ ਦੇ ਉੱਤੇ। ਇਹ ਵੀ ਪਤਾ ਲੱਗਾ ਆ ਵੀ ਜਿਹੜੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਪੀੜਤ ਪਰਿਵਾਰ ਆ ਉਹਨਾਂ ਨੇ ਅਨੀਅਨ ਦੀ ਜਿਹੜੀ ਉਹ ਮਦਦ ਕੀਤੀ ਹੈਗੀ ਆ ਤਾਂ ਜੋ ਇਸ ਦਾ ਜਿਹੜਾ ਸਟੂਡੀਓ ਆ, ਇਸ ਦਾ ਬੇਸਿਕਲੀ ਸਾਰੀਆਂ ਜਿਹੜੀ ਪ੍ਰਾਪਰਟੀ ਆ ਉਸ ਨੂੰ ਖਰੀਦ ਲਿਆ ਜਾਵੇ, ਜਿਹੜੀ ਵੀ ਇਨਫੋਵਾਰਸ ਦੇ ਨਾਲ ਸੰਬੰਧਿਤ ਜਿਹੜੀ ਉਹ ਹੈਗੀ ਆ। ਕਹਿੰਦੇ ਵੀ ਇੱਕ ਹੋਰ ਬਿਡਰ ਸੀਗਾ ਇਸ ਦੀ ਅਨੀਅਨ ਮੈਗਜ਼ੀਨ ਤੋਂ ਇਲਾਵਾ, ਫਸਟ ਯੂਨਾਈਟਿਡ ਅਮਰੀਕਨ ਕੰਪਨੀਜ਼। ਇਹ ਕੰਪਨੀ ਕਹਿੰਦੇ ਵੀ ਜੋਨਸ ਜਿਹੜਾ ਐਲੈਕਸ ਜੋਨਸ ਆ ਉਸ ਦੇ ਨਾਲ ਜਿਹੜੇ ਪ੍ਰੋਡਕਟ ਉਹ ਵੇਚਦਾ ਆਪਣੀ ਵੈਬਸਾਈਟ ਦੇ ਉੱਤੇ, ਉਹਨਾਂ ਦੇ ਦੁਆਰਾ ਬਣਾਈ ਗਈ ਜਿਹੜੀ ਇਹ ਕੰਪਨੀ ਸੀਗੀ। ਸੋ 3.5 ਮਿਲੀਅਨ ਡਾਲਰ ਦੀ ਉਹਨਾਂ ਨੇ ਉਸ ਤੋਂ ਵੱਧ ਜਿਹੜੀ ਕੀਮਤ ਲਾ ਕੇ ਇਨਫੋਵਾਰਸ ਉਸ ਨੂੰ ਖਰੀਦ ਰਿਹਾ। ਕਹਿੰਦੇ ਜਾਣ ਤੋਂ ਪਹਿਲਾਂ ਕਾਫੀ ਜ਼ਿਆਦਾ ਉਹ ਲਗਾਤਾਰ ਉੱਥੋਂ ਲਾਈਵ ਕਰ ਰਿਹਾ ਸੀਗਾ ਵੀ ਇਦਾਂ ਕਿੱਦਾਂ ਜਿਹੜਾ ਤੁਸੀਂ ਸਾਡੇ ਨਾਲ ਕਰ ਸਕਦੇ ਆ। ਉਹਨੇ ਬੈਂਕਰਪਸੀ ਤੇ ਉਹ ਜਿਹੜੀ ਉਸ ਤੇ ਉਲਟ ਆਇਆ ਫੈਸਲਾ ਆ ਉਸ ਨੂੰ ਵੀ ਗਲਤ ਜਿਹੜਾ ਉਹ ਕਰਾਰ ਦਿੱਤਾ ਸੀ ਐਲੈਕਸ ਜੋਨਸ ਨੇ। ਪਰ ਇਹ ਆਪਣੇ ਸਾਹਮਣੇ ਕਲੀਅਰਲੀ ਪਤਾ ਆ ਜਿਹੜਾ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਜੋ ਮਾਸ ਸ਼ੂਟਿੰਗ ਵਾਪਰੀ ਸੀ, ਜਿਹੜੇ ਬੱਚੇ ਉੱਥੇ ਮਾਰੇ ਗਏ ਸੀਗੇ, ਉਹ ਬਿਲਕੁਲ ਸੱਚ ਸੀਗਾ। ਅਦਾਲਤ ਵਿੱਚ ਵੀ ਉਹ ਚੀਜ਼ ਜਿਹੜੀ ਉਹ ਮੰਨੀ ਜਾ ਚੁੱਕੀ ਆ ਤੇ ਉਸੇ ਕਰਕੇ ਇਸ ਨੂੰ ਬਿਲੀਅਨ ਡਾਲਰ ਤੋਂ ਵੀ ਵੱਧ ਦਾ ਕਹਿ ਲਓ ਵੀ ਦੇਣਦਾਰੀਆਂ ਜਿਹੜੀਆਂ ਇਸ ਦੇ ਉੱਤੇ ਪਾਈਆਂ ਗਈਆਂ ਸੀ। ਇੰਨੇ ਪੈਸੇ ਦੇ ਤੋਂ ਹੈ ਨਹੀਂ ਆ, ਸੋ ਹੁਣ ਉਹਦਾ ਕੱਲੀ ਚੀਜ਼ ਜਿਹੜੀ ਵੇਚ ਕੇ ਆ ਉਹ ਚੀਜ਼ਾਂ ਇਕੱਠੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਜੀ ਬਿਲਕੁਲ। ਤੇ ਆਪਣਾ ਖਬਰਾਂ ਦਾ ਜਿਹੜਾ ਸਮਾਂ ਜੋ ਸਮਾਪਤੀ ਵਾਲਾ ਜਾਂਦੇ ਜਾਂਦੇ ਇੱਕ ਹੋਰ ਜਿਹੜੀ ਵੱਡੀ ਕੌਮਾਂਤਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਚੱਲੀ ਸੰਖੇਪ ਦੇ ਵਿੱਚ ਹੀ। ਇਸ ਟਾਈਮ ਜਿਹੜੀ ਜਾਰਜੀਅਨ ਪਾਰਲੀਮੈਂਟ ਆ ਉਹਦੇ ਸਾਹਮਣੇ ਜਿਹੜੇ ਮੁਜ਼ਾਹਰਾਕਾਰੀ ਉਹਨਾਂ ਦਾ ਹੜ੍ਹ ਆ ਗਿਆ। ਇਹ ਅਬਖਾਜ਼ੀਆ ਜਿਹੜਾ ਰੀਜਨ ਆ ਉੱਥੇ ਬਣੀ ਹੋਈ ਆ ਤੇ ਉਹਨਾਂ ਨੇ ਡਿਮਾਂਡ ਕੀਤੀ ਹੈ ਰੈਜ਼ੀਗਨੇਸ਼ਨ, ਜਿਹੜਾ ਸੈਲਫ ਸਟਾਈਲਡ ਪ੍ਰੈਜ਼ੀਡੈਂਟ ਹੈ ਜਿਹੜਾ ਅਨਪੋਪੂਲਰ ਹੋ ਚੁੱਕਿਆ ਇਸ ਟਾਈਮ ਕੁਝ ਐਗਰੀਮੈਂਟਸ ਲੈ ਕੇ ਰੂਸ ਦੇ ਨਾਲ, ਖਾਸ ਕਰਕੇ ਮਾਸਕੋ ਦੇ ਨਾਲ ਜਿਹੜੇ ਉਹਨੇ ਸਮਝੌਤੇ ਕੀਤੇ, ਉਹਨਾਂ ਮਾਮਲਿਆਂ ਦੇ ਵਿੱਚ ਰਸ਼ੀਅਨ ਬੈਕਡ ਜਿਹੜਾ ਉਹ ਬ੍ਰੇਕਵੇ ਜਾਰਜੀਅਨ ਪ੍ਰੈਜ਼ੀਡੈਂਟ ਆ ਉਹਦੇ ਖਿਲਾਫ ਜਿਹੜਾ ਪ੍ਰੋਟੈਸਟ ਆ ਉਹ ਕਾਫੀ ਵੱਡੀ ਪੱਧਰ ਤੇ ਹੋ ਰਿਹਾ। ਜਾਰਜੀਆ ਤੇ ਰੂਸ ਦੀ ਇਹ ਉਦੋਂ ਹੀ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਚ ਬਣਿਆ ਮੁਲਕ ਆ। ਉੱਥੇ ਦੀ ਜਿਹੜੀ ਬਾਰਡਰ ਉਹ ਬੜੀ ਦਿਲਚਸਪ ਸਥਿਤੀ ਆ। ਜਿਹੜੇ ਰਸ਼ੀਅਨ ਫੌਜੀ ਆ ਉਹ ਜਿਹੜੀ ਕੰਡਿਆਲੀ ਤਾਰ ਆ ਐਵਰੀਡੇ ਕੁਛ ਇੰਚ ਕੁਛ ਮੀਟਰ ਪਰੇ ਨੂੰ ਜਿਹੜਾ ਉਹ ਧੱਕੀ ਜਾ ਰਹੇ, ਉਹਨਾਂ ਦਾ ਵੱਟ ਵੱਢੀ ਜਾਂਦੇ ਆ, ਉਹ ਕਬਜ਼ਾ ਉਹਨਾਂ ਦੇ ਕਰੀ ਜਾਂਦੇ ਆ। ਯੂਕਰੇਨ ਵਾਲੇ ਮੁੱਦੇ ਦੇ ਕਰਕੇ ਜਿਹੜੇ ਇਦਾਂ ਦੇ ਮੁਲਕ ਉਹ ਇਸੇ ਕਰਕੇ ਡਰੇ ਆ ਵੀ ਜੇ ਯੂਕਰੇਨ ਦਾ ਹਿੱਸਾ ਜਿਹੜਾ ਇਵੈਂਚੁਅਲੀ ਜੇ ਹੁਣ ਵਾਰ ਰੁਕਦੀ ਵੀ ਹੈ, ਜਿੱਦਾਂ ਟਰੰਪ ਕਹਿੰਦੇ ਮੈਂ ਪਹਿਲੇ ਦਿਨ ਆ ਕੇ ਰੋਕ ਦੇਣੀ ਆ, ਕਿੱਦਾਂ ਰੋਕਣੀ ਉਹ ਅਜੇ ਉਹਨਾਂ ਨੇ ਦੱਸਿਆ ਨਹੀਂ। ਬਿਲਕੁਲ। ਤੇ ਉਹ ਕਹਿੰਦੇ ਵੀ ਜੇ ਉਹਨਾਂ ਦੇ ਕੁਝ ਹਿੱਸਾ ਯੂਕਰੇਨ ਦਾ ਦੇ ਦਿੱਤਾ ਤੇ ਪੁਤਿਨ ਹੋਰ ਮੁਲਕਾਂ ਵੱਲ ਨੂੰ ਵੀ ਜਿਹੜਾ ਉਹ ਮੂੰਹ ਕਰ ਸਕਦਾ ਹੈ। ਸੋ ਇਹ ਜਿਹੜੀ ਚੀਜ਼ ਇੱਥੇ ਜਿਹੜੀ ਚੱਲ ਰਹੀ ਆ, ਸੋ ਉਹਦੇ ਆਲੇ ਦੁਆਲੇ ਵਾਲੇ ਜਿਹੜੇ ਲੀਡਰ ਆ ਉਹ ਆਪਣੇ ਨਾਲ ਜਿਹੜੇ ਰਲਾਉਣ ਦੀ ਪੁਤਿਨ ਨੇ ਜਿਹੜੀ ਕੋਸ਼ਿਸ਼ ਕੀਤੀ ਹੈਗੀ। ਖਬਰਾਂ ਦਾ ਸਮਾਂ ਸਮਾਪਤ ਹੈ ਤੇ ਇਸ ਤੋਂ ਬਾਅਦ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਨਨਕਾਣਾ ਸਾਹਿਬ ਦੇ ਨਾਲ ਜੁੜਾਂਗੇ, ਜਿੱਥੋਂ ਉੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 555ਵੇਂ ਜਿਹੜੇ ਆ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸਮਾਗਮ ਆ, ਉਹਨਾਂ ਦਾ ਪ੍ਰਸਾਰਨ ਜਿਹੜਾ ਉਹ ਆਪਾਂ ਸਰਵਣ ਕਰਾਂਗੇ ਤੇ ਬਹੁਤ ਹੀ ਆਪਾਂ ਇਕਾਗਰਚਿਤ ਹੋ ਕੇ ਸਾਰਿਆਂ ਨੇ ਉਹ ਜਿਹੜੇ ਸਮਾਗਮ ਆ ਉਹ ਸਰਵਣ ਕਰਨੇ ਆ। ਸਪੀਚਾਂ ਵੀ ਹੋਣਗੀਆਂ ਉੱਥੇ, ਪੰਥਕ ਬੁਲਾਰੇ ਵੀ ਜਿਹੜੇ ਪਹੁੰਚੇ ਆ ਤੇ ਉਸ ਦੇ ਨਾਲ ਜਿਹੜਾ ਸ਼ਬਦ ਕੀਰਤਨ ਆ ਉਹ ਆਪਾਂ ਸਰਵਣ ਕਰਾਂਗੇ। ਸੋ ਅੱਜ ਦਾ ਦਿਨ ਕਾਫੀ ਵਕਤ ਤੁਹਾਨੂੰ ਜਿਹੜਾ ਅਸੀਂ ਨਨਕਾਣਾ ਸਾਹਿਬ ਦੇ ਨਾਲ, ਗੁਰਦੁਆਰਾ ਸਾਹਿਬ ਦੇ ਨਾਲ ਜੋੜ ਕੇ ਰੱਖਾਂਗੇ ਤੇ ਉੱਥੋਂ ਦੇ ਜਿਹੜੇ ਸਮਾਗਮ ਆ ਤੁਹਾਡੇ ਲਈ ਸਪੁਰਦ ਜਿਹੜੇ ਉਹ ਕਰਦੇ ਰਵਾਂਗੇ। ਤੇ ਸਾਰੇ ਉਹਨਾਂ ਸਪਾਂਸਰਸ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਹਨਾਂ ਸਮਾਗਮਾਂ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਆ। ਹੁਣ ਲੈਣੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ, ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।